जी घटना ਨੂੰ ਇਹ ਹਰਿਆਣਾ ਚੋਂ ਹੀ ਤੇ ਰਾਜਨੀਤੀਕਰਨ ਹੋ ਰਿਹਾ ਆ। ਮੋਗੇ ਵੀ ਤਾਂ ਹੋਏ ਸੀ ਜਦੋਂ ਆਪਣੇ ਕਾਵੜੀਏ ਆ ਰਹੇ ਸੀ, ਕਿਸ ਤਰ੍ਹਾਂ ਮਾਰਿਆ ਗਿਆ ਉਹਨਾਂ ਨੂੰ ਪੁਲਿਸ ਵੱਲੋਂ। ਗੱਲ ਹਰਿਆਣਾ ਦੀ ਹੋ ਰਹੀ ਹੈ ਨਵਜੋਤ ਜੀ ਕਾਵੜੀਆਂ ਨੂੰ ਇੱਥੇ ਵੀ ਕੁੱਟਿਆ ਜਾ ਰਿਹਾ, ਉੱਥੇ ਵੀ ਕੁੱਟਿਆ ਜਾ ਰਿਹਾ। ਕਿਸੇ ਨੇ ਕਾਵੜੀਆਂ ਨੇ ਤਾਂ ਨਹੀਂ ਕਿਸੇ ਨੂੰ ਤੰਗ ਕੀਤਾ, ਕਾਵੜੀਆਂ ਨੇ ਕਿਸੇ ਦੇ ਜਾ ਕੇ ਪੰਗਾ ਤਾਂ ਨਹੀਂ ਲਿਆ। ਚਲੋ ਮਨੀਪੁਰ ਦੇ ਵਿੱਚ ਵੀ ਬਹੁਤ ਮਾੜਾ ਹੋਇਆ। ਮਨੀਪੁਰ ਦੇ ਵਿੱਚ ਮਨੀਪੁਰ ਦੀ ਨਾ ਗੱਲ ਨਹੀਂ, ਹੁਣ ਫਿਰ ਮਨੀਪੁਰ ਦੀ ਵੀ ਹੋਊਗੀ। ਹਿੰਸਾ ਤਾਂ ਮਨੀਪੁਰ ਚ ਵੀ ਹਿੰਸਾ ਹੁੰਦੀ ਹੈ। ਹਿੰਸਾ ਦਾ ਕੋਈ ਧਰਮ ਜਾਤ ਰੰਗ ਥੋੜੀ ਜਵਾਬ ਨਹੀਂ ਨਾ, ਬਿਲਕੁਲ ਗੱਲ। ਇੱਕ ਪਾਸੇ ਤੁਸੀਂ ਆਪ ਕਹਿ ਰਹੇ ਹੋ ਕਿ ਸਾਨੂੰ ਸਾਰੇ ਪਾਸੇ ਦੇਖਣਾ ਹੋਏਗਾ। ਹੁਣ ਜਦੋਂ ਮਨੀਪੁਰ ਦੀ ਗੱਲ ਆ ਗਈ, ਹੁਣ ਸੂਟੇਬਿਲਟੀ ਦੀ ਗੱਲ ਆ ਗਈ। ਦੇਖੋ ਕੋਠੇ ਉੱਤੇ ਪੱਥਰ ਵੀ ਰੱਖੇ ਗਏ, ਗੋਲੀਆਂ ਚਲਾਉਣ ਦੇ ਲਈ ਪਹਿਲਾਂ ਹੀ ਤਿਆਰੀ ਹੋਈ ਹੋਵੇ। ਔਰ ਮੈਂ ਸਮਝਦਾ ਕਿ ਇਹ ਜਿਹੜਾ ਘਟਨਾ ਜਿਹੜੀ ਹੈ ਇਹ ਸੰਪੂਰਨ ਸਮਾਜ ਦੇ ਲਈ ਮਾੜੀ ਗੱਲ ਹੈ। ਇਹ ਇਸ ਚੀਜ਼ ਦੀ ਸੀਰੀਅਸਨੈਸ ਨੂੰ ਸਿਰਫ ਸ਼ੋਰ ਮਚਾ ਕੇ ਬੰਦ ਨਹੀਂ ਕੋਈ ਕਰਾ ਸਕਦਾ। ਉੱਥੇ 29 ਜੁਲਾਈ ਨੂੰ ਮੋਨੂ ਮਾਨੇਸਰ ਇੱਕ ਵੀਡੀਓ ਪਾਉਂਦਾ ਹੈ। ਕੌਣ ਹੈ ਮੋਨੂ ਮਾਨੇਸਰ? ਪਹਿਲਾਂ ਤਾਂ ਮੈਂ ਇੱਥੋਂ ਸਟਾਰਟ ਕਰਦਾ ਤੁਹਾਨੂੰ। ਬਜਰੰਗ ਦਲ ਦਾ ਕਾਰਜਕਰਤਾ ਕਹਿੰਦਾ ਉਹ ਆਪਣੇ ਆਪ ਨੂੰ। ਇਹ ਤਾਂ ਡਬਲ ਇੰਜਨ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ। ਤਾਂ ਅੱਜ ਹਰਿਆਣਾ 'ਚ ਚੌਥੀ ਵਾਰ ਇਹ ਕੁਝ ਹੋ ਰਿਹਾ ਹੈ। ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਜਦੋਂ ਰੋਹਤਕ ਦੰਗੇ ਹੋਏ। और आज बड़ी हैरानगी वाली गल है कि हरियाणा के गृह मंत्री अनिल विज कह रहे हैं कि मोनू मानेसर का कोई लेना देना नहीं है नाल। मोनू मानेसर कोई हिंदू समाज तो ऊपर नहीं है, मंदिर तो उत्ते नहीं है। साडे लिए मोनू मानेसर जरूरी नहीं है। ਜਿਹੜਾ ਇਸ ਵੇਲੇ ਹਰਿਆਣਾ ਦੇ ਵਿੱਚ ਮਾਹੌਲ ਹੈ, ਉਸ ਦੇ ਉੱਤੇ ਜਿਸ ਤਰੀਕੇ ਦੀ ਰਾਜਨੀਤੀ ਹੋ ਰਹੀ ਹੈ, ਜਿਸ ਤਰੀਕੇ ਨਾਲ ਰਾਜਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਉਹ ਵਾਜਬ ਹੈ, ਕੀ ਉਹ ਦਰੁਸਤ ਹੈ? ਤੇ ਇਹ ਬਿਲਕੁਲ ਜਿਹੜੇ ਪਥਰਾਓ ਕਰਨ ਵਾਲੇ ਬੰਦੇ ਆ ਉਹ ਵੀ ਮੈਂ ਗਰੰਟੀ ਨਾਲ ਕਹਿੰਦਾ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਹੋਣਗੇ, ਤੇ ਜਿਹੜੇ ਇਹ ਲਾਈਵ ਹੋ ਕੇ ਪਹਿਲਾਂ ਚੈਲੰਜ ਕਰਨ ਵਾਲੇ ਉਹ ਵੀ ਭਾਰਤੀ ਜਨਤਾ ਪਾਰਟੀ ਦੇ। ਇਹਨਾਂ ਦੀ ਜਿਹੜੀ ਪੇਰੈਂਟਲ ਪਾਰਟੀ ਹੈ, ਜਿਹੜੀ ਇਹਨਾਂ ਦੀ ਪੇਰੈਂਟਲ ਜਥੇਬੰਦੀ ਆ RSS, ਉਹਦਾ ਕੰਮ ਹੀ ਸ਼ੁਰੂ ਤੋਂ ਲੜਾਉਣਾ ਰਿਹਾ। ਹਰਿਆਣੇ ਦੇ ਵਿੱਚ ਇਲੈਕਸ਼ਨ ਆ ਰਹੇ ਆ ਤੇ 2024 ਦੇ ਇਲੈਕਸ਼ਨ ਲੋਕ ਸਭਾ ਦੇ ਆ ਰਹੇ ਆ। ਉਹਦੀ ਤਿਆਰੀ ਵਾਸਤੇ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਮਨੀਪੁਰ ਦੀਆਂ ਘਟਨਾਵਾਂ ਕਰਾਈਆਂ, ਉਹ ਵੀ ਪਲਾਨ ਸੀ। ਥਾਣੇ ਤੇ ਹਮਲਾ ਹੋਣਾ, ਜਿਹੜੀ ਪੁਲਿਸ ਨੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਹੈ, ਤੇ ਗੁੰਡਿਆਂ ਦੇ ਹੌਸਲੇ ਇੰਨੇ ਜ਼ਿਆਦਾ ਹੋਣ ਕਿ ਉਹ ਜਾ ਕੇ ਥਾਣੇ ਤੇ ਹਮਲਾ ਕਰਨ। ਸਰਕਾਰੀ ਸ਼ਹਿ ਤੋਂ ਬਗੈਰ ਇਹ ਗੱਲ ਹੋ ਨਹੀਂ ਸਕਦੀ। ਬੰਦੇ ਨੂੰ ਲੈ ਕੇ ਕਹਿ ਰਿਹਾ ਹੈ ਕਿ ਉਹ ਆਇਆ, ਉਹਨੇ ਸਾਰਿਆਂ ਨੂੰ ਪ੍ਰਵੋਕ ਕੀਤਾ, ਉਹ ਸ਼ਾਮਲ ਤਾਂ ਨਹੀਂ ਹੋਇਆ ਉਹਦੇ ਵਿੱਚ। ਕੀ ਪਤਾ ਪੁਲਿਸ ਨੇ ਐਡਮਿਨਿਸਟ੍ਰੇਟਿਵ ਇਨਵੈਸਟੀਗੇਸ਼ਨ ਦਾ ਪ੍ਰੋਸੈਸ ਹੈ, ਕੀ ਪਤਾ ਪੁਲਿਸ ਨੇ ਉਹਦੇ ਤੇ ਪ੍ਰੈਸ਼ਰ, ਜਿਹੜਾ ਮੋਨੂ ਹੈ, ਕੌਣ ਹੈ ਉਹਦਾ ਨਾਮ, ਉਹ ਤੇ ਪ੍ਰੈਸ਼ਰ ਬਿਲਟ ਅਪ ਕੀਤਾ, ਇਹਨੂੰ ਆਣ ਹੀ ਨਹੀਂ ਦਿੱਤਾ ਹੋਵੇ। ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਹੋਰਾਂ ਦਾ ਇਹ ਬਿਆਨ ਦੇਣਾ ਕਿ ਸਾਡੇ ਕੋਲ 3.25 ਕਰੋੜ ਦੀ ਆਬਾਦੀ ਹੈ, 2.7 ਕਰੋੜ ਦੀ ਆਬਾਦੀ ਹੈ, 60,000 ਮੁਲਾਜ਼ਮ ਹੈ, ਅਸੀਂ ਹਰ ਕਿਸੇ ਦੀ ਸੁਰੱਖਿਆ ਤਾਂ ਨਹੀਂ ਕਰ ਸਕਦੇ। ਜਦੋਂ ਸਾਡਾ ਸੂਬਾ ਉਬਲ ਰਿਹਾ ਹੋਵੇ, ਨਫ਼ਰਤ ਦੀ ਅੱਗ 'ਚ ਝੁਲਸ ਰਿਹਾ ਹੋਵੇ, ਉਸ ਮੌਕੇ ਸੂਬੇ ਦੇ ਮੁਖੀ ਦਾ ਇਹ ਬਿਆਨ ਕੀ ਮਤਲਬ ਹੈ ਇਸ ਦਾ? ਜਦੋਂ ਪੁਲਿਸ ਦੀ ਦੇਖ ਰੇਖ ਦੇ ਵਿੱਚ ਯਾਤਰਾ ਨਿਕਲ ਰਹੀ ਹੈ ਤਾਂ ਹਥਿਆਰ ਕਿੱਥੋਂ ਆ ਗਏ ਫਿਰ? ਇਹ ਤੁਸੀਂ ਪ੍ਰਸ਼ਾਸਨ ਦੀ ਗੱਲ ਕਰ ਰਹੇ ਹੋ। ਮੈਂ ਇਸ ਕਰਕੇ ਕਹਿ ਰਿਹਾ, ਮੈਂ ਕਿਸੇ ਧੋਖੇ ਨੂੰ ਨਹੀਂ ਬਖਸ਼ ਰਿਹਾ। ਅਗਰ ਮੈਂ ਇਸ ਕਹਿਣ 'ਚ ਮੈਨੂੰ ਕੋਈ ਗੁਰੇਜ਼ ਨਹੀਂ ਹੈ ਕਿ 1947 ਤੋਂ ਬਾਅਦ ਜਾਤ ਔਰ ਧਰਮ ਦੀ ਰਾਜਨੀਤੀ ਖੇਡ ਕੇ ਆਪਣੀ ਸੀਟਾਂ ਜਿੱਤਣ ਦੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਇਹ ਕੋਈ ਵੀ ਬਚਿਆ ਨਹੀਂ ਰਵਾਇਤੀ ਪਾਰਟੀਆਂ 'ਚ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਕਈ ਵੱਡੀਆਂ ਖਬਰਾਂ ਨੇ ਇਸ ਵੇਲੇ ਜਿਨ੍ਹਾਂ ਦੇ ਉੱਤੇ ਚਰਚਾ ਹੋ ਸਕਦੀ ਹੈ। ਇੱਕ ਵਾਰੀ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪੰਜਾਬ ਦੇ ਵਿੱਚ ਹਾਲਾਤ ਕੀ ਨੇ, ਚੰਡੀਗੜ੍ਹ ਦੀ ਸਥਿਤੀ ਕੀ ਹੈ, ਹਰਿਆਣਾ ਹਿੰਸਾ ਦੀ ਅੱਗ 'ਚ ਝੁਲਸ ਰਿਹਾ ਹੈ। ਇੱਕ ਪਾਸੇ ਗੁਰਬਾਣੀ ਏਕਾਧਿਕਾਰ ਦਾ ਮਸਲਾ ਵੀ ਲਗਾਤਾਰ ਚੱਲ ਰਿਹਾ ਹੈ। ਇਹ ਚਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ। ਸਭ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਹਿੰਸਾ ਦੀ ਅੱਗ ਨੇ ਕਈ ਜਾਨੀ ਮਾਲੀ ਨੁਕਸਾਨ ਕੀਤਾ। ਦੂਜੀ ਗੱਲ, ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਦੇ ਵਿੱਚ ਦਫ਼ਤਰ ਦਾ ਮਸਲਾ ਜਿਹੜਾ ਮੁੜ ਤੋਂ ਉਹ ਗਰਮਾਇਆ, ਔਰ ਇਸ ਤੋਂ ਬਾਅਦ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਵੀ ਲਗਾਤਾਰ ਜਿਹੜੀ ਹੈ
ਉਹ ਟਿੱਪਣੀਆਂ ਦਾ ਦੌਰ ਜਾਰੀ ਹੈ। ਦੂਸਰੇ ਪਾਸੇ ਪੰਜਾਬ ਹਰਿਆਣਾ ਦੇ ਵਿੱਚ ਪਿਛਲੇ ਦਿਨਾਂ 'ਚ ਪਾਣੀ ਨੇ ਮਚਾਹੀ ਤਬਾਹੀ ਤੋਂ ਬਾਅਦ ਲੋਕਾਂ ਦੇ ਉਜਾੜੇ ਦੀਆਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜੋ ਖੇਤ ਖਲਿਆਣ ਖਰਾਬ ਹੋਇਆ, ਜਿਸ ਤਰੀਕੇ ਦਾ ਲੋਕਾਂ ਦਾ ਘਰਾਂ ਦਾ ਮੋਟਰਾਂ ਦਾ ਨੁਕਸਾਨ ਹੋਇਆ, ਉਹਨਾਂ ਦੀ ਭਰਪਾਈ ਛੇਤੀ ਨਹੀਂ ਕੀਤੀ ਜਾ ਸਕਦੀ। ਪਰ ਇਹਨਾਂ ਸਭ ਦੇ ਵਿੱਚੋਂ ਇਸ ਵੇਲੇ ਜੋ ਸਭ ਤੋਂ ਵੱਧ ਚਰਚਾ ਦੇ ਵਿੱਚ ਹੈ, ਜਿਸ ਦੇ ਉੱਤੇ ਚਰਚਾ ਕਰਨੀ ਬਣਦੀ ਹੈ, ਉਹ ਹੈ ਹਰਿਆਣਾ ਹਿੰਸਾ। ਹਰਿਆਣਾ ਹਿੰਸਾ ਦੇ ਵਿੱਚ ਜਿੱਥੇ 6 ਮੌਤਾਂ ਹੋ ਚੁੱਕੀਆਂ ਨੇ, ਸੈਂਕੜੇ ਲੋਕ ਜ਼ਖਮੀ ਹੋ ਗਏ ਆ। ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾ ਬੰਦ ਹੈ, ਸਕੂਲ ਤੱਕ ਬੰਦ ਕਰ ਦਿੱਤੇ ਗਏ। ਮਾਮਲਾ ਸੁਪਰੀਮ ਕੋਰਟ ਪਹੁੰਚਿਆ। ਸੁਪਰੀਮ ਕੋਰਟ ਨੇ ਇਸ ਦੇ ਅੰਦਰ ਕਾਫੀ ਸਖਤ ਤਾੜਨਾ ਕੀਤੀ ਹੈ। ਹਿੰਸਾ ਦਾ ਜਿਹੜਾ ਅਸਰ ਹੈ ਉਹ ਕਈ ਥਾਵਾਂ ਦੇ ਉੱਤੇ ਦੇਖਣ ਨੂੰ ਪਿਆ। ਜਿਹੜਾ ਪ੍ਰੀਖਿਆਵਾਂ ਨੇ 10ਵੀਂ ਦੀਆਂ 12ਵੀਂ ਦੀਆਂ, ਉਹਨਾਂ ਨੂੰ ਮੁਲਤਵੀ ਕੀਤਾ ਗਿਆ। ਰੇਵਾੜੀ ਡਿਪੂ ਤੋਂ ਗੁਰੂਗ੍ਰਾਮ ਯੂਪੀ ਦੇ ਆਗਰਾ, ਮਥੁਰਾ, ਅਲੀਗੜ੍ਹ ਦੀਆਂ ਬੱਸਾਂ ਦਾ ਜਿਹੜਾ ਕੰਮਕਾਰ ਰੁਕਿਆ। ਹਿੰਸਾ 'ਚ 100 ਤੋਂ ਵੱਧ ਲੋਕ ਜਿਹੜੇ ਆ ਉਹ ਜ਼ਖਮੀ ਹੋ ਚੁੱਕੇ ਨੇ। ਔਰ ਇਸ ਤੋਂ ਇਲਾਵਾ 9 ਜ਼ਿਲ੍ਹਿਆਂ ਦੇ ਵਿੱਚ ਧਾਰਾ 144 ਜਿਹੜੀ ਹੈ ਉਹ ਲਾਈ ਗਈ ਹੈ। ਨੂੰਹ, ਗੁਰੂਗ੍ਰਾਮ, ਪਲਵਲ, ਫਰੀਦਾਬਾਦ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾ ਬੰਦ ਕੀਤੀ ਗਈ ਹੈ। ਪਲਵਲ, ਪਾਣੀਪਤ, ਗੁਰੂਗ੍ਰਾਮ ਦੇ ਸੋਹਾਣਾ ਦੇ ਵਿੱਚ ਵੀ ਜਿਹੜੇ ਹੈ ਸਕੂਲ ਬੰਦ ਕੀਤੇ ਗਏ ਹੈ। ਸੋ ਹਿੰਸਾ ਦਾ ਇਹ ਅਸਰ ਹੈ। ਔਰ ਜਿਹੜੇ ਹਾਲਾਤ ਹਰਿਆਣਾ ਦੇ ਵਿੱਚ ਬਣੇ, ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕਰਦੇ, ਸਖਤ ਤਾੜਨਾ ਕਰਦੇ ਕਿਹਾ ਗਿਆ ਕਿ ਜੇਕਰ ਵਾਧੂ ਪੁਲਿਸ ਫੋਰਸ ਦੀ ਲੋੜ ਹੈ, ਜੇਕਰ ਹੋਰ ਕੋਈ ਬਲ ਦੀ ਜ਼ਰੂਰਤ ਹੈ ਤਾਂ ਲੋੜ ਪੈਣ ਤੇ ਉਹਨਾਂ ਨੂੰ ਵਰਤੋ। ਉੱਥੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਜਿਹੜੀਆਂ ਨੇ ਉਹਨਾਂ ਨੂੰ ਤਾਇਨਾਤ ਕਰੋ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਜਿਹੜੀ ਨਫ਼ਰਤੀ ਬਿਆਨਬਾਜ਼ੀਆਂ ਨੇ, ਹੇਟ ਸਪੀਚਿਸ ਨੇ, ਉਹਨਾਂ ਦੀ ਹਿੰਸਾ ਦੇ ਵਿੱਚ ਕੋਈ ਇਜਾਜ਼ਤ ਨਹੀਂ ਹੈ। ਰੈਲੀਆਂ ਦੌਰਾਨ ਵੀ ਕੋਈ ਇਜਾਜ਼ਤ ਨਹੀਂ ਹੈ। ਔਰ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ CCTV ਕੈਮਰਾ ਸੇ ਡਿਪਲਾਈ ਕਰਨ ਲਈ ਕਿਹਾ ਗਿਆ ਤਾਂ ਜੋ ਕਿ ਜਿਹੜਾ ਪਤਾ ਲੱਗ ਸਕੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਜਿਹੜਾ ਹੈ ਉਹ ਹੋ ਸਕੇ। ਸੋ ਇਸ ਤੋਂ ਇਲਾਵਾ ਕਈ ਜਿਹੜੇ ਬਿਆਨ ਇਸ ਮੌਕੇ ਦੇ ਉੱਤੇ ਆ ਰਹੇ। ਸਭ ਤੋਂ ਪਹਿਲਾਂ ਤਾਂ ਉਹ ਸੁਣਦੇ ਆ ਕਿ ਮੁੱਖ ਮੰਤਰੀ हरियाणा इस स्थिति ਨੂੰ ਕਿਵੇਂ देख रहे हैं? वहाँ कर्फ्यू लगाया गया है, कुछ जिलों में 144 धारा भी लगाई गई है, सारी नज़र रखी जा रही है। जो लोग इस षड्यंत्र में नूह से बाहर के भी शामिल हुए हैं उनको निश्चित रूप से पहचान करके उनके खिलाफ कार्रवाई की जाएगी। अभी तक सब मिलाकर 44 के आसपास FIR हुई हैं और 70 लोगों के खिलाफ अभी नामजद उनको किया गया है, उनको हिरासत में लिया गया है। छानबीन के बाद जो भी दोषी लोग होंगे उनके खिलाफ सख्त कार्रवाई की जाएगी। मैं पहले कह चुका, प्रशासन सही कदम उठाते, प्रिवेंटिव स्टेप्स उठाते, पुलिस को पहले तैनात करते। खाली होमगार्ड के सिपाही खड़े थे, ये तो अखबारों में पढ़ रहा हूँ मैं, जबकि ऐसी खबरें थी तो पूरी तरह से तैयारी करनी चाहिए थी, तो ये हादसा टल जाता। अगर प्रदेश सरकार समय पर सही कदम उठाती, वो तो होती हैं शायद, मतलब दोनों तरफ से ऐसे हो जाते हैं, तो अगर सही कदम उठाती तो ये टल जाती बात। खट्टर साहब सोचें तो अगर वो अपनी जिम्मेवारी समझेंगे तो इस्तीफा देना चाहिए सरकार को। एक व्यक्ति की नहीं मैं करता हूँ, सरकार एडमिनिस्ट्रेटिव फेलियर गवर्नमेंट है, उसमें सारी गवर्नमेंट फेल है। ਇਹਦਾ ਅਸਰ ਗੁਆਂਢੀ ਰਾਜਾਂ ਦੇ ਵਿੱਚ ਵੀ ਪਿਆ ਹੈ, ਚਾਹੇ ਉਹ ਉੱਤਰ ਪ੍ਰਦੇਸ਼ ਹੈ, ਚਾਹੇ ਉਹ ਦਿੱਲੀ ਹੈ ਜਾਂ ਫਿਰ ਰਾਜਸਥਾਨ ਹੈ। ਉੱਥੇ ਵੀ ਹਾਈ ਅਲਰਟ ਜਿਹੜਾ ਹੈ ਉਹ ਕੀਤਾ ਗਿਆ। ਇਸ ਤੋਂ ਇਲਾਵਾ ਵਿਰੋਧੀ ਧਿਰਾਂ ਜਿਹੜੀਆਂ ਨੇ ਲਗਾਤਾਰ ਇਹਦੇ ਉੱਤੇ ਬਿਆਨਬਾਜ਼ੀ ਕਰ ਰਹੀਆਂ ਨੇ। ਵੱਖ-ਵੱਖ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਤੇ ਜਮਾਂ ਹਰਿਆਣਾ ਦੇ ਉਪ ਮੁੱਖ ਮੰਤਰੀ ਦਾ ਕੀ ਬਿਆਨ ਹੈ, ਉਹਨਾਂ ਦਾ ਕੀ ਕਹਿਣਾ, ਉਹ ਸੁਣਦੇ ਹਾਂ। नूह में स्थिति पूरी तरह से नियंत्रण में है। नूह में इंटरनेट सेवाएं बंद कर दी गई हैं और नूह में कर्फ्यू लगा दिया गया है। सफिशिएंट मात्रा में पुलिस फोर्स वहां मूव कर दी गई है। ये हिंसा हुई है, ये अचानक भड़की हुई हिंसा तो नहीं है। और जहां तक मैं जानता हूं कि नूह में दोनों कम्युनिटियां लंबे समय से आपस में प्यार के साथ रहती हैं, उनका आपस में द्वेष भी नहीं। ये तो किसी ने जहर घोला है, किसी ने इंजीनियरिंग की है, किसी ने मास्टरमाइंड किया है। जिस स्तर पे एंट्री पे भी पत्थर रखे हुए हैं, छतों पर भी पत्थर रखे हुए हैं, हथियार भी हैं, गोलियां भी हैं, एकदम तो सामने आते नहीं है। मैं खट्टर साहब आपसे निवेदन करना चाहूंगा कि आपकी व्यवस्था, कानून व्यवस्था पूरी तरीके से फेल है। इस तरह की घटनाएं
जब केंद्र में भी आपकी सरकार है, राज्य में भी आपकी सरकार है, ये घटनाएं बढ़ती जा रही है। हरियाणा ऐसा प्रदेश नहीं था। आपके गृह मंत्री वित्त साहब कह रहे कि ये घटना की इंजीनियरिंग की है। इंजीनियरिंग करने वाले किसी भी समुदाय के हो, उनको जेल के अंदर, और जो भी इस पूरे घटनाक्रम के अंदर इन्वॉल्व मिलेगा उनके खिलाफ सख्त कार्रवाई करी जाएगी, चाहे वो किसी भी पार्टी से जुड़ा व्यक्ति हो या किसी भी सामाजिक संस्था से जुड़ा व्यक्ति हो। जिसने एग्रीगेट किया है और डिजिटली उसका एविडेंस मिलता है तो जरूर ऐसा घटनाक्रम आज तक हरियाणा के इतिहास में नहीं हुआ। जिन लोगों ने भी इसको एग्रीगेट किया है, चाहे वो किसी पॉलिटिकल पार्टी से भी संबंधित हो, उन सब के खिलाफ सख्त से सख्त कर। दंगा एवं हिंसा आदि को राजनीति तथा संकीर्ण स्वार्थ की पूर्ति का साधन बनने की अनुमति किसी भी राज्य सरकार को नहीं देनी चाहिए, क्योंकि लोगों के जान माल व मजहब की सुरक्षा करना हर राज्य सरकार की पहली संवैधानिक जिम्मेवारी बनती है, जो स्थानीय पुलिस के निष्पक्ष एवं प्रभावी प्रयोग से संभव है। जैसा कि बीएसपी की सरकार ने यूपी में एक बार नहीं बल्कि 4 बार करके दिखाया है। और जो लोग समाज में जहर के बीज बोते हैं वही लोग हैं जो आज सत्ता की फसल काटने की कोशिश करते हैं। उसी नफरत से, उसी जहर से वो सत्ता की फसल वो कांटों की खेती करते हैं। वो इस देश के रंग बिरंगे फूलों से डरते हैं। हमारी लड़ाई उन ताकतों से है जिनको फूलों से नफरत है, जिनको रंगों से नफरत है, जिनको हिंदुस्तान से नफरत है। और डायरेक्टर जनरल ऑफ पुलिस हरियाणा ਦਾ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਕੀ ਬਿਆਨਾਤ ਨੇ ਉਹ ਵੀ ਸੁਣਾਂਗੇ। और आज में नूह में शहर में किसी प्रकार की कोई अप्रिय घटना नहीं हुई है। कोई आगजनी की, कोई और तोड़फोड़ की, कोई हिंसा की वारदात वहां रिपोर्टेड नहीं है। इस संदर्भ में अब तक वहां पर 41 एफआईआर दर्ज हो चुके हैं और 116 लोगों को अरेस्ट किया गया है। उन्हें आज न्यायालय में पेश किया जाएगा और उनकी पुलिस रिमांड ली जाएगी और उनसे और विस्तार से पूछताछ किया जाएगा। अंदर लगभग 15 पिछले 2 दिनों के अंदर 15 एफआईआर रजिस्टर्ड करी जा चुकी हैं और जो 31 जुलाई की जो घटनाक्रम थे उसके बाद जितनी भी जो ऐसे घटनाक्रम है उनमें बहुत कमी आई है। गुड़गांव पुलिस द्वारा सभी चीज़ों को जैसे भी ऐसे हॉटस्पॉट सेंसिटिव एरियाज है उनको क्लोजली मॉनिटर करा जा रहा है। हैवी डिप्लॉयमेंट है फॉर द सेफ्टी एंड सिक्योरिटी ऑफ इट्स पीपल और इस प्रकार की घटनाक्रम पर जितने ਇਹਨਾਂ ਦੰਗਿਆਂ 'ਚ ਸਭ ਤੋਂ ਚਰਚਿਤ ਨਾਮ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਤੇ ਕਈ ਤਰ੍ਹਾਂ ਦੇ ਹਾਲਾਤ ਬਣੇ, ਮੋਨੂ ਮਨੇਸਰ ਦੀ ਗੱਲ सुनो। सभी भाइयों को बड़ी खुशी के साथ बताया जा रहा है 31/7/2023 दिन सोमवार को मेवात ब्रज मंडल यात्रा है। सभी भाई बढ़ चढ़कर हिस्सा ले और बढ़ चढ़कर मेवात के सभी मंदिरों में जाएं तो ज्यादा से ज्यादा संख्या में सभी भाई जाएं। हम खुद यात्रा में शामिल रहेंगे और हमारी पूरी टीम को यात्रा में शामिल रहेंगे। ਇਹ ਉਹੀ ਮੋਨੂ ਮਾਨੇਸਰ ਹੈ ਜਿਸ ਦਾ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਤੇ ਵਿਰੋਧ ਕੀਤਾ ਗਿਆ ਸੀ। ਪਰ ਸਵਾਲ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਇਸ ਤਰੀਕੇ ਦੇ ਮਜ਼ਹਬੀ, ਧਰਮੀ, ਜਾਤੀ ਰੌਲੇ ਤੇ ਫਿਰ ਹਿੰਸਾ ਦੇ ਵਿੱਚ ਕਿਉਂ ਤਬਦੀਲ ਹੋ ਜਾਂਦੇ ਆ। ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰਫ ਕਰਵਾਉਂਦੇ ਹੋਏ ਉਹਨਾਂ ਦਾ ਇਸ ਚਰਚਾ ਦੇ ਵਿੱਚ ਇਸਤਕਬਾਲ ਕਰਾਂਗੇ। ਜਸਵਿੰਦਰ ਸਿੱਖਾਵਾਲਾ ਜਿਹੜਾ ਉਹ ਕਾਂਗਰਸ ਤੋਂ ਆਪਣੀ ਗੱਲਬਾਤ ਰੱਖਣਗੇ, ਅਸ਼ੋਕ ਸਰੀਨ ਭਾਜਪਾ ਤੋਂ और आम आदमी पार्टी तो विक्रम पासी जी अपनी गलबात रखणगे। तुहाडा सारिआं दा चर्चा च जीव आया नवा। सरीन साहब, बिना किसी देरी तो सवाल तुहाडे तो पुछना चाहुंदा, हरियाणा दे विच कुछ महीनों बाद चोणां ने, चोणां तो पहलां जिस तरीके दी ਇਹ जाति ते धर्मी रंगत जिहड़ी दिखण नूं मिल रही है, हरियाणा एक बार फिर तो हिंसा की अग दे विच झुलस रहा है। आखिर सरकार दा कोई प्रबंध है जां नहीं? देखो, मैं समझदा कि यह जी घटना नो ये हरियाणा चो ही ते राजनीतिकरण हो रहा है। आ मोगे भी तो होए सी जो अपने कावड़िया आ रहे सी, किस तरह मारिया गया उन्होंने पुलिस वालों। और ये जड़ा घटना हुई है, देखो घटना चाहे पंजाब च हुई सी चाहे वो हरियाणे च हुई है, इन्हां दा कंपैरिजन नहीं है, दोनों ही गलत है।
ਨਹੀਂ ਤੁਸੀਂ ਆਪ ਹੀ ਕਰ ਰਹੇ ਹੋ, ਅਸੀਂ ਤਾਂ ਨਹੀਂ ਕਰ ਰਹੇ। ਮੈਂ ਤਾਂ ਗੱਲ ਹੀ ਹਰਿਆਣੇ ਦੀ ਕੀਤੀ ਹੈ ਸ਼ੁਰੂ। ਤੁਸੀਂ ਸਿੱਧਾ ਹੀ ਮੋਗੇ ਨਾਲ ਤੁਸੀਂ ਸਿਰਫ ਤੁਸੀਂ ਕੋਡ ਇੱਕ ਕਰ ਰਹੇ ਹੋ ਨਾ। ਮੈਂ ਤੁਹਾਨੂੰ ਕਿਉਂ ਗੱਲ ਹਰਿਆਣਾ ਦੀ ਹੋ ਰਹੀ ਹੈ ਨਾ, ਗੱਲ ਹਰਿਆਣਾ ਦੀ ਹੋ ਰਹੀ ਹੈ। ਨਵਜੋਤ ਜੀ ਕਾਵੜੀਆਂ ਨੂੰ ਇੱਥੇ ਵੀ ਕੁੱਟਿਆ ਜਾ ਰਿਹਾ, ਉੱਥੇ ਵੀ ਕੁੱਟਿਆ ਜਾ ਰਿਹਾ। ਕਿਸੇ ਨੇ ਕਾਵੜੀਆਂ ਨੇ ਤਾਂ ਨਹੀਂ ਕਿਸੇ ਨੂੰ ਤੰਗ ਕੀਤਾ, ਕਾਵੜੀਆਂ ਨੇ ਕਿਸੇ ਦੇ ਜਾ ਕੇ ਪੰਗਾ ਤਾਂ ਨਹੀਂ ਲਿਆ। ਚਲੋ ਮਨੀਪੁਰ ਦੇ ਵਿੱਚ ਵੀ ਬਹੁਤ ਮਾੜਾ ਹੋਇਆ। ਮਨੀਪੁਰ ਦੇ ਵਿੱਚ ਮਨੀਪੁਰ ਦੀ ਨਾ ਗੱਲ ਨਹੀਂ, ਹੁਣ ਫਿਰ ਮਨੀਪੁਰ ਦੀ ਵੀ ਹੋਊਗੀ ਹਿੰਸਾ। ਤਾਂ ਮਨੀਪੁਰ ਚ ਵੀ ਹਿੰਸਾ ਹੁੰਦੀ ਹੈ। ਹਿੰਸਾ ਦਾ ਕੋਈ ਧਰਮ ਜਾਤ ਰੰਗ ਥੋੜੀ ਜਵਾਬ ਨਹੀਂ ਨਾ। ਬਿਲਕੁਲ ਗੱਲ ਤੁਹਾਡੀ। ਦੇਖੋ ਹਿੰਸਾ ਕਿਤੇ ਵੀ ਹੋਵੇ ਦੇਸ਼ ਦੇ ਵਿੱਚ, ਜਾਂ ਤਾਂ ਨਵਜੋਤ ਜੀ ਤੁਸੀਂ ਆਪਣਾ ਵਿਸ਼ੇ ਇੱਕ ਰੱਖਿਆ ਕਰੋ, ਜਾਂ ਓਪਨ ਵਿਸ਼ੇ ਰੱਖਿਆ ਕਰੋ, ਖੁੱਲੀ ਚਰਚਾ ਰੱਖਿਆ ਕਰੋ। ਚਰਚਾ ਖੁੱਲੀ ਹੁੰਦੀ ਹੈ, ਚਰਚਾ ਕਦੋਂ ਬੰਦ ਹੁੰਦੀ ਹੈ? ਦੇਖੋ ਨਵਜੋਤ ਤੁਸੀਂ ਚਰਚਾ ਕਰ ਹੀ ਰਹੇ ਹੋ, ਚਰਚਾ ਰੋਕਣ ਤੁਹਾਨੂੰ ਕਿਹਨੇ ਰੋਕਿਆ? ਆਪਣੀ ਸੂਟੇਬਿਲਟੀ ਨਾਲ ਚਲਾਉਣਾ ਚਾਹੁੰਦੇ ਹੋ, ਤੁਸੀਂ ਆਪਣਾ ਜਵਾਬ ਲਓ। ਤੁਹਾਨੂੰ ਪ੍ਰਸ਼ਨ ਪੁੱਛਣ ਦਾ ਅਧਿਕਾਰ ਹੈ, ਮੈਨੂੰ ਜਵਾਬ ਦੇਣ ਦਾ ਅਧਿਕਾਰ ਹੈ। ਨਹੀਂ, ਇੱਕ ਪਾਸੇ ਤੁਸੀਂ ਆਪ ਕਹਿ ਰਹੇ ਹੋ ਕਿ ਸਾਨੂੰ ਸਾਰੇ ਪਾਸੇ ਦੇਖਣਾ ਹੋਏਗਾ। ਹੁਣ ਜਦੋਂ ਮਨੀਪੁਰ ਦੀ ਗੱਲ ਆ ਗਈ, ਹੁਣ ਸੂਟੇਬਿਲਟੀ ਦੀ ਗੱਲ ਆ ਗਈ। ਮੈਂ ਤੁਹਾਨੂੰ ਇੱਕ ਦੇਖੋ, ਮਨੀਪੁਰ ਚ ਕਿਹਾ ਹੈ ਕਿ ਹਿੰਸਾ, ਉਹਦੀ ਹਿੰਸਾ ਕਿਤੇ ਮੰਦਿਰ ਜਾਂਦੇ ਮਾਰੀ ਹੈ। ਹਿੰਸਾ ਤਾਂ ਹਿੰਸਾ ਮਹਾਰਾਜ, ਮੈਂ ਇਹੀ ਗੱਲ ਪਹਿਲਾਂ ਕਹਿ ਰਿਹਾ ਕਿ ਹਿੰਸਾ ਹੈ। ਫਿਰ ਤੁਸੀਂ ਆਪਣੀ ਅੱਜ ਦੀ ਡਿਬੇਟ ਦਾ ਵਿਸ਼ੇ ਕੀ ਰੱਖਿਆ? ਹਰਿਆਣਾ ਹਿੰਸਾ ਬੋਲੋ, ਪੂਰਾ ਪੜੋ ਕੀ ਲਿਖਿਆ? ਹਰਿਆਣਾ ਹਿੰਸਾ ਪੂਰਾ ਪੜੋ ਨਾ, ਕੱਲਿਆ ਹਰਿਆਣਾ ਹਿੰਸਾ ਨਹੀਂ ਲਿਖਿਆ। ਹਰਿਆਣਾ 'ਚ ਹਿੰਸਾ ਦੇ ਲਈ ਜ਼ਿੰਮੇਵਾਰ ਕੌਣ ਹੈ ਜੀ? ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਇਹ ਗੱਲਾਂ ਇਦਾਂ। ਦੇਖੋ ਆਪਾਂ ਰਾਜਨੀਤੀ ਕਰਦੇ ਆਂ, ਕਦੀ ਵੀ ਆਪ ਪੈਨਲਿਸਟ ਬੈਠੇ ਆ, ਕਦੀ ਵੀ ਅਸੀਂ ਇਹ ਜੀ ਗੱਲ ਕਿਸੇ ਵੀ ਉਹ ਨਹੀਂ ਕਹੀਦੀ ਜਿਹਦੇ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਗੱਲ ਨਾ ਨੁਕਸਾਨ ਹੁੰਦਾ ਹੋਵੇ। ਦੇਖੋ ਅਸੀਂ ਇੱਕ ਪੰਜਾਬੀ ਵੀ ਹੈ, ਇੱਕ ਸਮਾਜਿਕ ਕਾਰਜਕਰਤਾ ਵੀ ਹੈ। ਰਾਜਨੀਤੀ ਕਰਨੀ ਦੇ ਲਈ, ਰਾਜਨੀਤੀ 'ਚ ਵਿਰੋਧ ਕਰਨ ਦੇ ਲਈ ਬਹੁਤ ਵਿਸ਼ੇ ਮਿਲਦੇ ਆ। ਕਿਸੇ ਨੇ ਇਹ ਤਾਂ ਨਹੀਂ, ਤੁਸੀਂ ਇਹਦੇ ਲਈ ਦੁੱਖ ਪ੍ਰਗਟਾਵਾ ਕਰਦੇ ਹੋ ਕਿ ਹਿੰਦੂਆਂ ਦੇ ਮੰਦਿਰ ਅੰਦਰ ਵੜ ਕੇ ਹਮਲਾ ਹੋਇਆ, ਫਿਰ ਮੈਨੂੰ ਤੁਸੀਂ ਜਾਤੀ ਨਾਲ ਜੋੜ ਦਿਓਗੇ, ਫਿਰ ਤੁਸੀਂ ਕਹਿ ਦੋਗੇ ਸੰਪਰਦਾਇਕ ਹੈ ਬੀਜੇਪੀ। ਦੇਖੋ ਜਿਹੜੀ ਇਹ ਘਟਨਾ ਹੋਈ ਹੈ ਬਿਲਕੁਲ ਗਲਤ ਹੋਈ ਹੈ ਇਹ, ਔਰ ਕਿਸੇ ਵੀ ਪ੍ਰਕਾਰ ਦੇ ਨਾਲ ਜਿਹੜਾ ਤੁਸੀਂ ਇਹ ਦੇਖੋ ਕਿ ਗ੍ਰਹਿ ਮੰਤਰੀ ਜੀ ਨੇ ਬਿਆਨ ਦਿੱਤਾ ਹੈ ਕਿ ਲੋਕ ਇਹ ਪ੍ਰੀ ਪਲਾਨਡ ਹੈ। ਦੇਖੋ ਕੋਠੇ ਉੱਤੇ ਪੱਥਰ ਵੀ ਰੱਖੇ ਗਏ, ਗੋਲੀਆਂ ਚਲਾਉਣ ਦੇ ਲਈ ਪਹਿਲਾਂ ਹੀ ਤਿਆਰੀ ਹੋਈ ਹੋਵੇ। ਔਰ ਮੈਂ ਸਮਝਦਾ ਕਿ ਇਹ ਜਿਹੜਾ ਘਟਨਾ ਜਿਹੜੀ ਹੈ ਇਹ ਸੰਪੂਰਨ ਸਮਾਜ ਦੇ ਲਈ ਮਾੜੀ ਗੱਲ ਹੈ। ਸਾਡੇ ਦੇਸ਼ ਦੇ ਅੰਦਰ, ਸਾਡੇ ਸਮਾਜਾਂ ਦੇ ਵਿੱਚ ਆਪਸੀ ਭਾਈਚਾਰਾ, ਸਦਭਾਵਨਾ ਹੈ, ਔਰ ਜਿਹੜੇ ਦੇਸ਼ ਵਿਰੋਧੀ ਲੋਕ ਹੈ, ਸਮਾਜ ਵਿਰੋਧੀ ਲੋਕ ਹੈ, ਉਹ ਜਿਹੜਾ ਹੈ ਪਾੜ ਪਾਣਾ ਚਾਹੁੰਦੇ ਆ, ਉਹ ਵਿਤਕਰਾ ਜਿਹੜਾ ਹੈ ਪਾਣਾ ਚਾਹੁੰਦੇ ਆ। ਉਹਨਾਂ ਦੀ ਇਹ ਜਿਹੜੀ ਘਟਨਾ ਉਹਨਾਂ ਦਾ ਹੀ ਮਨਸੂਬਾ ਹੈ, ਤੇ ਜਿਹਦੇ ਉੱਤੇ 41 ਤੋਂ ਜ਼ਿਆਦਾ FIR ਹੋ ਗਈਆਂ, 116 ਤੋਂ ਜ਼ਿਆਦਾ ਜਿਹੜੀਆਂ ਅਰੈਸਟਾਂ ਹੋ ਚੁੱਕੀਆਂ, ਔਰ ਕੋਈ ਵੀ ਦੋਸ਼ੀ ਜਿਹੜਾ ਬਚੇਗਾ ਨਹੀਂ। ਠੀਕ ਹੈ, ਤੁਹਾਡੀ ਗੱਲ ਹੋ ਗਈ ਪੂਰੀ। ਬੋਲੋ ਪਾਸੀ ਸਾਹਿਬ, ਮੋਗਾ ਦੇ ਵਿੱਚ ਜੋ ਹੋਇਆ, ਕਿਉਂ ਹੋਇਆ, ਕਿਸ ਕਰਕੇ ਹੋਇਆ ਤੇ ਕਿਵੇਂ ਹੋਇਆ? ਨਵਜੋਤ ਜੀ, ਮੈਂ ਬੜਾ ਹੈਰਾਨ ਹੋਇਆ ਸਰੀਨ ਸਾਹਿਬ ਦੀ ਗੱਲ ਸੁਣ ਕੇ। ਮੋਗਾ ਦੀ ਘਟਨਾ ਔਰ ਜਿਹੜੀ ਨੂੰਹ ਦੇ ਵਿੱਚ ਹੋ ਰਿਹਾ, ਉਹ ਸਿਰਫ ਨੂੰਹ ਨਹੀਂ, ਅੱਜ ਗੁਰੂਗ੍ਰਾਮ 'ਚ ਵੀ ਸ਼ੁਰੂ ਹੋ ਗਿਆ ਕੱਲ ਤੋਂ। ਇਹਨਾਂ ਨੂੰ ਤੁਸੀਂ ਆਪਸ 'ਚ ਕੰਪੇਅਰ ਨਹੀਂ ਕਰ ਸਕਦੇ। ਇਹ ਸਿਰਫ ਇਹਨਾਂ ਨੇ ਟਾਈਮ ਕੰਜ਼ਿਊਮ ਕਰਨ ਲਈ ਔਰ ਡਿਰੇਲ ਕਰਨ ਲਈ ਇਹ ਗੱਲ ਕੀਤੀ ਹੈ। ਉੱਥੇ ਅਗਰ ਕਾਵੜੀਆਂ ਦੇ ਨਾਲ ਇੱਕ ਹੋਮਗਾਰਡ ਦਾ ਕੋਈ ਸੀਗਾ ਜਿਹਦੀ ਗੱਡੀ ਦੀ ਗੱਲ ਹੋਈ ਸੀ, ਉਸ ਤੋਂ ਬਾਅਦ ਕਾਵੜੀਆਂ ਨੇ ਵੀ ਉੱਥੇ ਜਿਹੜਾ ਹੈ ਉਹਦੇ ਉੱਤੇ ਅਟੈਕ ਹੋਇਆ। ਉਸ ਤੋਂ ਬਾਅਦ ਜੋ ਮਾਈਲਡ ਲਾਠੀ ਚੱਲ ਰਿਹਾ, ਉਸ ਤੋਂ ਬਾਅਦ ਖੁਦ SSP ਨੇ ਮੌਕੇ ਤੇ ਜਾ ਕੇ ਸਾਰੀ ਸਿਚੁਏਸ਼ਨ ਸੰਭਾਲ ਲਈ ਸੀ। ਲੇਕਿਨ ਇੱਥੇ 29 ਜੁਲਾਈ ਤੋਂ ਨੂੰਹ ਦੇ ਵਿੱਚ ਅੱਗ ਫੈਲਾਈ ਜਾ ਰਹੀ ਹੈ। ਇਹ ਇਸ ਚੀਜ਼ ਦੀ ਸੀਰੀਅਸਨੈਸ ਨੂੰ ਸਿਰਫ ਸ਼ੋਰ ਮਚਾ ਕੇ ਬੰਦ ਨਹੀਂ ਕੋਈ ਕਰਾ ਸਕਦਾ। ਉੱਥੇ 29 ਜੁਲਾਈ ਨੂੰ ਮੋਨੂ ਮਾਨੇਸਰ ਇੱਕ ਵੀਡੀਓ ਪਾਉਂਦਾ ਹੈ। ਕੌਣ ਹੈ ਮੋਨੂ ਮਾਨੇਸਰ? ਪਹਿਲਾਂ ਤਾਂ ਮੈਂ ਇੱਥੋਂ ਸਟਾਰਟ ਕਰਦਾ ਤੁਹਾਨੂੰ। ਬਜਰੰਗ ਦਲ ਦਾ ਕਾਰਜਕਰਤਾ ਕਹਿੰਦਾ ਉਹ ਆਪਣੇ ਆਪ ਨੂੰ। ਆਪਾਂ ਇਹ ਚੀਜ਼ ਨਾ ਸੋਚੋ ਕਿ ਅਗਰ ਉਹ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਜਾਂ ਉਸਦੇ ਕਿਸੇ ਵਿੰਗ ਦੇ ਨਾਲ ਕੋਈ ਰਿਲੇਟਡ ਬੰਦਾ ਹੈ ਤਾਂ ਉਹ ਬਿਲਕੁਲ ਸੱਚਾ ਸੁੱਚਾ ਹੋਏਗਾ ਜਾਂ ਉਹ ਦੇਸ਼ ਭਗਤ ਹੋਏਗਾ। ਇਹ ਜਿਹੜੀ ਪਰਿਭਾਸ਼ਾ ਹੈ ਬੜੀ ਚੇਂਜ ਕਰਨ ਵਾਲੀ ਲੋੜ ਪੈ ਗਈ ਅੱਜ ਹਿੰਦੁਸਤਾਨ ਦੇ ਵਿੱਚ। ਇਹ ਤਾਂ ਡਬਲ ਇੰਜਨ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ। ਤਾਂ ਅੱਜ ਹਰਿਆਣਾ 'ਚ ਚੌਥੀ ਵਾਰ ਇਹ ਕੁਝ ਹੋ ਰਿਹਾ ਹੈ। ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਜਦੋਂ ਰੋਹਤਕ ਦੰਗੇ ਹੋਏ, ਜਦੋਂ ਇੱਕ ਗੁਰੂ ਨੂੰ ਸਜ਼ਾ ਹੁੰਦੀ ਹੈ ਕਿਸੇ ਨੂੰ, ਜਦੋਂ ਵੀ ਕੁਝ ਹੁੰਦਾ ਹੈ, ਔਰ ਤੁਸੀਂ ਕਹਿ ਰਹੇ ਹੋ
ਕਿ ਇਹਨੂੰ ਇੱਕ ਛੋਟੀ ਜਿਹੀ ਘਟਨਾ ਨਾਲ ਤੁਸੀਂ ਰਿਲੇਟ ਕਰਕੇ ਇਹਨੂੰ ਖਤਮ ਕਰ ਦੋਗੇ? ਮੇਰੀ ਗੱਲ ਦਾ ਜਵਾਬ ਦਿਓ। 29 ਜੁਲਾਈ ਨੂੰ ਮੋਨੂ ਮਾਨੇਸਰ ਕਿਆ ਕਹਿ ਰਿਹਾ ਵੀਡੀਓ ਦੇ ਵਿੱਚ ਕਿ ਮੈਂ ਆ ਰਿਹਾ ਹਾਂ। ਕਿਹੜੀ ਯਾਤਰਾ? ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ। ਕਿੱਥੇ ਆ ਰਹੇ ਹਾਂ? ਨੂਹ ਦੇ ਪਿੰਡਾਂ ਦੇ ਵਿੱਚ। ਨੂਹ ਦੇ ਵਿੱਚ ਉਹ ਕਿਆ ਕਰ ਰਹੇ ਹੈ? ਉਹ ਕੌਣ ਹੈ ਜਿਹੜਾ ਹੈ ਮੋਨੂ ਮਾਨੇਸਰ ਹੈ? ਉਹਦੇ ਉੱਤੇ 2 ਬੰਦਿਆਂ ਦੀ, ਇੱਕ ਲੜਕਾ ਇੱਕ ਲੜਕੀ ਦੀ ਹੱਤਿਆ ਦਾ ਉਹ ਨਾਮਜ਼ਦ ਹੈ, ਖੁਦ ਪੁਲਿਸ ਨੇ ਕੀਤਾ ਹੋਇਆ। ਇਸ ਤੋਂ ਇਲਾਵਾ ਧਾਲੀਵਾਲ ਸਾਹਿਬ ਇੱਕ ਵਾਰਿਸ ਨਾਮ ਦਾ 22 ਸਾਲਾ ਲੜਕਾ ਸੀ ਜਿਹਦੇ ਮਾਂ-ਬਾਪ ਨੇ ਕਿਹਾ ਸੀ ਕਿ ਸਾਡੇ ਮੁੰਡੇ ਨੂੰ ਮੋਨੂ ਮਾਨੇਸਰ ਨੇ ਕੁੱਟ ਕੇ ਮਾਰਿਆ, ਪਰੰਤੂ ਪੁਲਿਸ ਨੇ ਕਿਹਾ ਨਹੀਂ ਜੀ ਐਕਸੀਡੈਂਟ 'ਚ ਮਰਿਆ। ਔਰ ਅੱਜ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕਹਿ ਰਹੇ ਹੈ ਕਿ ਮੋਨੂ ਮਾਨੇਸਰ ਦਾ ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ। 29 ਜੁਲਾਈ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਕਿ ਅਸੀਂ ਉੱਥੇ ਆ ਰਹੇ ਹਾਂ। ਉੱਥੇ ਤੁਹਾਡੇ ਪ੍ਰਤੀ ਇੱਕ ਨਫ਼ਰਤ ਦਾ ਮਾਹੌਲ ਹੈ। ਉੱਥੇ ਫਿਰ ਉਸ ਤੋਂ ਬਾਅਦ ਉੱਥੇ ਲਗਾਤਾਰ ਅਫਵਾਹਾਂ ਫੈਲਾਈਆਂ ਜਾਂਦੀਆਂ। ਮੈਂ ਇਸ ਗੱਲ ਤੋਂ ਗਲਤ ਨਹੀਂ ਕਹਿ ਰਿਹਾ ਕਿ ਹਾਂ ਮੰਦਿਰ ਤੇ ਹਮਲਾ ਹੋਇਆ, ਮੰਦਿਰ ਦੇ ਉੱਤੇ ਸਾਹਮਣੇ ਉਹ ਪਹਾੜੀ ਤੋਂ ਫਾਇਰਿੰਗ ਹੋਈ ਹੈ। ਇੱਕ ਸੰਕਰੀ ਗਲੀ ਸੀ ਜਿੱਥੋਂ ਲੋਕ ਨਿਕਲ ਨਹੀਂ ਸੀ ਪਾ ਰਹੇ। ਚਾਹੇ ਉਹ ਹਿੰਸਾ ਦੇ ਵਿੱਚ ਕਿਸੇ ਦਾ ਵੀ ਨੁਕਸਾਨ ਹੋਇਆ, ਕਿਸੇ ਧਰਮ ਦੇ ਬੰਦੇ ਦਾ ਨੁਕਸਾਨ ਹੋਇਆ, ਨੁਕਸਾਨ ਤਾਂ ਹਿੰਦੁਸਤਾਨੀ ਦਾ ਹੋਇਆ, ਨੁਕਸਾਨ ਤਾਂ ਇੰਡੀਅਨ ਦਾ ਹੋਇਆ, ਨੁਕਸਾਨ ਤਾਂ ਹਿੰਦੁਸਤਾਨ ਦਾ ਹੋਇਆ। ਔਰ ਤੁਸੀਂ ਜਿਹੜਾ ਇਸ ਨੂੰ ਤੁਸੀਂ ਇੱਕ ਚੀਜ਼ ਹੋਰ ਦੇਖੋ, ਇਹ ਪੋਲਰਾਈਜੇਸ਼ਨ ਤੇ ਪੋਲਿਟਿਕਸ ਦੇ ਡਰਾਬੈਕਸ ਹੈ। ਔਰ ਕਿਤੇ ਇਹ ਜਿਹੜੀ ਇਹ ਕਹਿ ਰਿਹਾ ਨਾ ਕਿ ਗਿਣੀ ਮਿੱਥੀ ਸਾਜ਼ਿਸ਼ ਸੀ, ਤਾਂ ਉੱਥੇ ਫਿਰ ਇੱਕ ਹੋਰ ਬੰਦਾ ਬੋਲ ਰਿਹਾ ਸੀ। ਕੌਣ ਹੈ ਉਹ? ਬਿੱਟੂ ਬਜਰੰਗੀ। ਔਰ ਕੀ ਵਰਡਿੰਗ ਯੂਜ਼ ਹੋ ਰਹੀ ਹੈ ਉੱਥੇ ਧਾਲੀਵਾਲ ਸਾਹਿਬ? मैं ਤੁਹਾਨੂੰ वो वर्डिंग सुनावा की है कि ससुराल आए और मुलाकात नहीं हुई फिर मत कहना, फूल माला तैयार रखना। और पिछो एक बोल रहा जीजा आ रहे तुम्हारे। एक सुनियोजित प्लानिंग दोनों पासों ਜਿਹੜੇ ਵੀ ਹੰਸਾ ਦੇ ਵਿੱਚ ਸ਼ਾਮਲ ਹੈ, ਦੋਨੋਂ ਪਾਸੋਂ। ਮੈਂ ਕਿਸੇ ਇੱਕ ਪਾਸੇ ਦੀ ਗੱਲ ਨਹੀਂ ਕਰੂੰਗਾ। ਨੁਕਸਾਨ ਸਾਡੇ ਦੇਸ਼ ਦਾ ਇਦਾਂ ਦੀਆਂ ਗੱਲਾਂ। ਔਰ ਤੁਸੀਂ ਅਗਰ ਉਹਨਾਂ ਨੂੰ ਪ੍ਰੋਟੈਕਸ਼ਨ ਦੋਗੇ ਜਾਂ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰੋਗੇ। ਅੱਜ ਮੈਂ ਨਾ ਬੜਾ ਹੈਰਾਨ ਹੋਇਆ ਅਨਿਲ ਵਿਜ ਦੀ ਇਹ ਗੱਲ ਸੁਣ ਕੇ ਕਿ ਮੋਨੂ ਮਾਨੇਸਰ ਦਾ ਕੋਈ ਲੈਣਾ ਦੇਣਾ ਨਹੀਂ। ਕਮਾਲ ਕਰ ਰਹੇ ਹੋ ਤੁਸੀਂ ਜਿਸ ਬੰਦੇ ਦੇ ਉੱਤੇ ਹੱਤਿਆ ਦੇ ਇਲਜ਼ਾਮ ਹੈ। ਆਪ ਦੇਵੋਗੇ ਸਿਰਫ ਹੋਮਗਾਰਡ ਦੀ ਸਨੀ ਸਾਹਿਬ ਜਵਾਬ ਦੋਗੇ ਇਹਨਾਂ ਸਵਾਲਾਂ ਦਾ? ਦੇਖੋ ਮੈਂ ਪਾਸੀ ਜੀ ਬਹੁਤ ਵਧੀਆ ਗੱਲ ਕਹਿ ਰਹੇ ਹੈ। ਪਾਸੀ ਜੀ ਨੂੰ ਜ਼ਿਆਦਾ ਇਨਫੋਰਮੇਸ਼ਨ ਹੋਏਗੀ, ਹੋਮ ਮਿਨਿਸਟਰ ਜੀ ਤੋਂ ਜ਼ਿਆਦਾ ਹੋਏਗੀ। ਬੇਸਿਕਲੀ ਇਹ ਗੱਲ ਹੈ ਕਿ ਇਹਦੇ ਲਈ ਸਟੇਟ ਵੀ ਬੈਠ ਗਈ ਔਰ ਕਿਸੇ ਵੀ ਪ੍ਰਕਾਰ ਨਾਲ ਕਿਸੇ ਵੀ ਦੋਸ਼ੀ ਨੂੰ ਸਾਡੀ ਸਰਕਾਰ ਕਿਤੇ ਵੀ ਰਹੀ ਹੈ ਨਹੀਂ ਜਿਹੜੀ ਪ੍ਰੋਵੋਕਿੰਗ ਸਟੇਟਮੈਂਟਸ ਨੇ ਉਹ ਤਾਂ ਔਨ ਰਿਕਾਰਡ ਨੇ ਨਾ। ਪ੍ਰੋਵੋਕਿੰਗ ਸਟੇਟਮੈਂਟਸ ਨੇ ਉਹ ਔਨ ਰਿਕਾਰਡ ਨੇ ਵੀ ਉਦੋਂ ਉਹ ਇਹ ਕਹਿ ਰਿਹਾ ਕਿ ਟਾਈਮ ਰਹਿੰਦੇ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ, ਇਹਨਾਂ ਨੂੰ ਨੱਥ ਕਿਉਂ ਨਹੀਂ ਪਾਈ ਗਈ, ਇਹਨਾਂ ਨੂੰ ਰੋਕਿਆ ਕਿਉਂ ਨਹੀਂ ਗਿਆ। ਮੈਂ ਕਿਹਾ ਜੀ ਜਿਹੜੀ ਪ੍ਰੋਵੋਕਿੰਗ ਸਟੇਟਮੈਂਟਸ ਹੈ ਇਸ ਲਈ ਸਿੱਟ ਦਾ ਫਾਰਮੇਸ਼ਨ ਹੋਈ ਹੈ। ਕਿਸੇ ਨੇ ਵੀ ਕਿਸੇ ਨੂੰ ਵੀ ਕਿੱਦਾਂ ਵੀ ਭੜਕਾਇਆ ਹੋਵੇ ਉਹ ਕੋਈ ਵੀ ਬਖਸ਼ਾ ਨਹੀਂ ਜਾਏਗਾ। ਸਾਰੇ ਪ੍ਰਦੇਸ਼ ਦੇ ਲੋਕਾਂ ਦੀ ਰੱਖਿਆ ਸੁਰੱਖਿਆ ਕਰਨਾ ਸਰਕਾਰ ਦਾ ਕੰਮ ਹੁੰਦਾ ਜਾਂ ਨਹੀਂ ਹੁੰਦਾ? ਕਿ ਸਰਕਾਰ ਦਾ ਮੁੱਢਲਾ ਪਹਿਲਾ ਫਰਜ਼ ਇਹ ਹੁੰਦਾ ਹੈ ਹਰ ਪ੍ਰਕਾਰ ਨਾਲ ਅਸੀਂ ਕਰ ਰਹੇ ਹਾਂ। ਅਸੀਂ ਕਿਸੇ ਪ੍ਰਕਾਰ ਦੇ ਦੇਖੋ ਜੇ ਇਹਨਾਂ ਦੀ ਮੈਂ ਕਹਿਣਾ ਚਾਹੁੰਦਾ ਮੈਨੂੰ ਨਹੀਂ ਪਤਾ ਕਿ ਇਹ ਸਟੇਟਮੈਂਟਸ ਦੇ ਵਿੱਚ ਕਿੰਨੀ ਸੱਚਾਈ ਹੈ। ਜੇ ਇਹਨਾਂ 'ਚ ਸੱਚਾਈ ਵੀ ਆ ਉਹਨਾਂ ਦੀ ਲੜਾਈ ਕਿਤੇ ਮੰਦਿਰ ਦੇ ਨਾਲ ਤਾਂ ਨਹੀਂ ਸੀ। ਇਹਨਾਂ ਨੇ ਛੋਟੀ ਜੀ ਗੱਲ ਕਰਕੇ ਕਿ ਮੰਦਿਰ ਤੇ ਹਮਲਾ ਹੋਇਆ ਨਿੰਦਨੀय ਹੈ। ਮੋਨੂ ਮਾਨੇਸਰ ਕੋਈ ਹਿੰਦੂ ਸਮਾਜ ਤੋਂ ਉੱਪਰ ਨਹੀਂ ਹੈ, ਮੰਦਿਰ ਤੋਂ ਉੱਤੇ ਨਹੀਂ ਹੈ। ਸਾਡੇ ਲਈ ਮੋਨੂ ਮਾਨੇਸਰ ਜ਼ਰੂਰੀ ਨਹੀਂ ਹੈ। ਸਾਡੇ ਧਰਮ ਦੇ ਸਾਡੇ ਸਮਾਜ ਦੇ ਉੱਤੇ ਕਈ ਵਾਰ ਹਮਲੇ ਹੋਏ ਪਰ ਅਸੀਂ ਕਿਸੇ ਦਾ ਜਾ ਕੇ ਘਰ ਤਾਂ ਨਹੀਂ ਤੋੜਦੇ, ਕਿਸੇ ਦੀ ਆਸਥਾ ਦੇ ਉੱਤੇ ਤਾਂ ਸੱਟ ਨਹੀਂ ਮਾਰਦੇ। ਜੇ ਕੋਈ ਚੀਜ਼ ਵਜ੍ਹਾ ਬਣਦੀ ਹੈ ਕਿਸੇ ਚੀਜ਼ ਦੀ, ਸਵਾਲ ਬੜਾ ਸਿੰਪਲ ਤੇ ਸਪਸ਼ਟ ਹੈ ਜੀ ਕਿਸੇ ਨੂੰ ਰੋਕਿਆ ਕਿਉਂ ਨਹੀਂ ਗਿਆ। ਇਸ ਤਰ੍ਹਾਂ ਨਹੀਂ ਹੈ, ਮੇਰਾ ਇਹ ਹੈ ਕੋਈ ਵਜ੍ਹਾ ਕੁਝ ਵੀ ਹੋਇਆ ਹੋਵੇ। ਮੰਦਿਰ ਦਾ ਕੀ ਕਸੂਰ ਸੀਗਾ? ਆਪਾਂ ਇਸ ਚੀਜ਼ ਤੇ ਕਿਉਂ ਨਹੀਂ ਕਹਿੰਦੇ ਮੰਦਿਰ ਦਾ ਕੀ ਕਸੂਰ? ਜਿਹੜੇ ਉੱਥੇ ਹੋਰ ਹਿੰਦੂ ਜਿਹੜੇ ਪੁਲਿਸ ਦੇ ਮੁਲਾਜ਼ਮ ਸੀ, ਪੁਲਿਸ ਦੇ ਮੁਲਾਜ਼ਮ ਉਹਨਾਂ ਵਿਚਾਰਿਆਂ ਦਾ ਕੀ ਕਸੂਰ? ਹਾਂ ਬਿਲਕੁਲ ਠੀਕ ਹੈ, ਠੀਕ ਹੈ ਗੱਲ ਸਿਆਣੀ ਹੈ, ਠੀਕ ਹੈ ਗੱਲ। ਕਿਸੇ ਦੀ ਆਸਥਾ ਨੂੰ ਭੰਡਣ ਦਾ, ਕਿਸੇ ਦੀ ਆਸਥਾ ਨੂੰ ਤੋੜਨ ਦਾ, ਕਿਸੇ ਦੀ ਆਸਥਾ ਨੂੰ ਨਿੰਦਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਠੀਕ ਹੈ ਗੱਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਕਿਸੇ ਨੂੰ ਵੀ ਨਹੀਂ ਨਾ ਹੈ। ਪਰ ਸ਼ੁਰੂਆਤ ਕਿਉਂ ਹੋ ਰਹੀ ਹੈ? ਜਦੋਂ ਉਹ ਸ਼ੁਰੂਆਤ ਹੋ ਰਹੀ ਹੈ ਕੋਈ ਨਿਆਣ ਮੱਚ ਕਰ ਰਿਹਾ, ਕੋਈ ਗਲਤੀ ਕਰ ਰਹੀ, ਇਸੇ ਲਈ ਕਾਨੂੰਨ ਹੈ, ਇਸੇ ਲਈ ਕਾਨੂੰਨ ਦੀ ਫਾਰਮੇਸ਼ਨ ਹੋਈ ਹੋਈ, ਇਸੇ ਲਈ ਪੁਲਿਸ ਥਾਣੇ ਬਣੇ ਹੋਏ ਆ। ਤੇ ਉਦੋਂ ਸਮਾਂ ਰਹਿੰਦਿਆਂ ਇਸ ਤੇ ਨੱਥ ਕਿਉਂ ਨਹੀਂ ਪਾਈ ਗਈ? ਇਹੀ ਸਵਾਲ ਹੈ ਬਾਰ-ਬਾਰ। ਦੇਖੋ ਮੈਂ ਕਿਹਾ ਜੇਕਰ ਤੁਸੀਂ ਕਹਿੰਦੇ ਹੋ ਇਹੀ ਚੀਜ਼ ਤਾਂ ਲਾਗੂ ਹੈ। ਜੇ ਕਿਸੇ ਦੀ ਕੋਈ ਗਲਤ ਸਟੇਟਮੈਂਟ ਸੀ ਤੇ ਕਿਸੇ ਨੇ ਥਾਣੇ ਦਿੱਤੀ ਹੋਏਗੀ ਕੰਪਲੇਂਟ,
ਦੇ ਤਾਂ ਦੱਸਣ। ਪਰ ਮੈਂ ਫਿਰ ਉਸੇ ਗੱਲ ਤੇ ਆ ਰਿਹਾ ਕਿ ਜੇ ਕਿਸੇ ਵਿਅਕਤੀ, ਮੇਰੀ ਤੁਹਾਡੀ ਨਵਜੋਤ ਜੀ ਲੜਾਈ ਹੈ ਤੇ ਅਸੀਂ ਗਲਤ ਸਟੇਟਮੈਂਟ ਆਪਾਂ ਕੋਈ ਗਲਤ ਸਟੇਟਮੈਂਟ ਪਾ ਦਈਏ ਨਾ ਜੀ ਜਨਾਬ, ਬਹੁਤ ਸਾਰੀਆਂ ਮੁਲਕ ਦੇ ਵਿੱਚ ਹਜ਼ਾਰਾਂ ਉਦਾਹਰਨਾਂ ਦੇ ਦਾਂਗਾ ਤੁਹਾਨੂੰ, ਹਜ਼ਾਰਾਂ ਉਦਾਹਰਨਾਂ ਕਿ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਤੁਸੀਂ ਫੇਸਬੁੱਕ ਤੇ ਲਾਈਵ ਹੋ ਜਾਓ, ਜੇਕਰ ਤੁਸੀਂ ਅਗੇਂਸਟ ਨੇਸ਼ਨ, ਅਗੇਂਸਟ ਸਟੇਟ, ਅਗੇਂਸਟ ਰਿਲੀਜਨ, ਅਗੇਂਸਟ ਰੀਜਨ ਤੁਸੀਂ ਕੋਈ ਸਟੇਟਮੈਂਟ ਦਿੰਦੇ ਹੋ, ਵਿਦਿਨ ਆਰ ਤੁਹਾਡੇ ਤੇ ਪਰਚਾ ਹੋ ਜਾਂਦਾ। ਬਹੁਤ ਸਾਰੀਆਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਦੇ ਵਿੱਚ ਕੋਈ ਅਧਿਆਪਕ ਬੋਲਿਆ ਸੀ ਤੇ ਵਿਦਿਨ ਆਰ ਉਹਦੇ ਪਰਚਾ ਹੋਇਆ ਸੀਗਾ। ਮੈਂ ਫੋਰ ਐਗਜ਼ਾਮਪਲ ਦੀ ਗੱਲ ਕਰ ਰਿਹਾ, ਕੱਲੇ ਇੱਥੇ ਦੀ ਗੱਲ ਨਹੀਂ। ਤੇ ਮਤਲਬ ਗੱਲ ਇਹ ਹੈ ਵੀ ਫਿਰ ਕਿੱਥੇ ਗਈ ਡਬਲ ਇੰਜਨ ਦੀ ਸਰਕਾਰ। ਖੈਰ, ਸਾਡੇ ਨਾਲ ਕਾਂਗਰਸ ਤੋਂ ਜਿਹੜੇ ਇਸ ਚਰਚਾ ਦੇ ਵਿੱਚ ਬੁਲਾਰੇ ਜੁੜੇ ਹੋਏ ਹੈ, ਜਸਵਿੰਦਰ ਜੀ, ਜਿਹੜਾ ਇਸ ਵੇਲੇ ਹਰਿਆਣਾ ਦੇ ਵਿੱਚ ਮਾਹੌਲ ਹੈ, ਉਸ ਦੇ ਉੱਤੇ ਜਿਸ ਤਰੀਕੇ ਦੀ ਰਾਜਨੀਤੀ ਹੋ ਰਹੀ ਹੈ, ਜਿਸ ਤਰੀਕੇ ਨਾਲ ਰਾਜਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਉਹ ਵਾਜਬ ਹੈ, ਕੀ ਉਹ ਦਰੁਸਤ ਹੈ? ਜਸਵਿੰਦਰ ਜੀ ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਧਰਮ ਦੇ ਆਧਾਰ ਤੇ ਸਿਆਸਤ ਹੈ, ਧਰਮ ਦੇ ਆਧਾਰ ਤੇ ਜਿਹੜੀ ਸਿਆਸਤ ਹੈ ਉਹ ਦੇਸ਼ ਲਈ ਤੇ ਲੋਕਤੰਤਰ ਲਈ ਬਹੁਤ ਜ਼ਿਆਦਾ ਖਤਰਨਾਕ ਹੈ। ਤੇ ਜਿਹੜੀਆਂ ਹਰਿਆਣੇ ਦੇ ਵਿੱਚ ਪਿਛਲੇ ਦਿਨੀ ਕੱਲ ਪਰਸੋਂ ਤੋਂ ਜੋ ਘਟਨਾਵਾਂ ਹੋਈਆਂ ਉਹ ਬਹੁਤ ਜ਼ਿਆਦਾ ਅਫਸੋਸਨਾਕ ਹੈ ਤੇ ਬਹੁਤ ਜ਼ਿਆਦਾ ਨਿੰਦਣਯੋਗ ਹੈ। ਜਿਸ ਤਰ੍ਹਾਂ ਜਿਹੜੇ ਉੱਥੋਂ ਦੇ ਗ੍ਰਹਿ ਮੰਤਰੀ ਹੈ ਅਨਿਲ ਵਿਜ ਜੀ, ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਇਹਦੀ ਪਹਿਲਾਂ ਤੋਂ ਤਿਆਰੀ ਕੀਤੀ ਗਈ ਸੀ, ਜਿਹੜੀ ਹਿੰਸਾ ਹੋਈ ਹੈ ਇਹਦੇ ਪਿੱਛੇ ਕਿਸੇ ਨੇ ਇੰਜੀਨੀਅਰਿੰਗ ਕੀਤੀ ਹੈ। ਇਹ ਉਹਨਾਂ ਦਾ ਬਿਆਨ ਹੈ, ਇਹ ਉਹਨਾਂ ਦੀ ਲਫ਼ਜ਼ ਹੈ ਕਿ ਕਿਸੇ ਨੇ ਇੰਜੀਨੀਅਰਿੰਗ ਕੀਤੀ ਹੈ, ਉਹਦੇ ਪਿੱਛੇ ਇੰਜੀਨੀਅਰਿੰਗ ਕਰਕੇ ਉਹਨੂੰ ਪਹਿਲਾਂ ਤਿਆਰ ਕੇ ਫਿਰ ਇਹ ਪ੍ਰੀ ਪਲਾਨਡ ਹੋਈ ਹੈ ਸਾਰੀ ਗੱਲ। ਤੇ ਮੈਂ ਵੀ ਇਹ ਗੱਲ ਕਹਿਣਾ ਵੀ ਇਹ ਗੱਲ ਬਿਲਕੁਲ ਸਹੀ ਹੈ, ਬਿਲਕੁਲ ਇਹ ਗੱਲ ਸਹੀ ਹੈ। ਪਹਿਲਾਂ ਤਿਆਰੀ ਕੀਤੀ ਗਈ, ਪਹਿਲਾਂ ਉਹਦੇ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਉਹ ਆਪਣਾ ਮਨੇਸਰ ਸੀਗਾ ਆਪਣਾ ਲਾਈਵ ਹੋ ਕੇ ਇਹ ਗੱਲ ਕਹੀ, ਫਿਰ ਜਿਹੜਾ ਬਿੱਟੂ ਆ ਉਹਨੇ ਇਹ ਗੱਲ ਕਹੀ, ਫਿਰ ਜਿਹੜੇ ਉਹਦੀ ਪਹਿਲਾਂ ਤਿਆਰੀ ਕੀਤੀ ਗਈ ਸੀ ਕਿ ਆਹ ਕੁਝ ਪਹਿਲਾਂ ਹੋਣਾ ਹੈ। ਤੇ ਇਹ ਬਿਲਕੁਲ ਜਿਹੜੇ ਪਥਰਾਓ ਕਰਨ ਵਾਲੇ ਬੰਦੇ ਆ ਉਹ ਵੀ ਮੈਂ ਗਰੰਟੀ ਨਾਲ ਕਹਿੰਦਾ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਹੋਣਗੇ, ਤੇ ਜਿਹੜੇ ਇਹ ਲਾਈਵ ਹੋ ਕੇ ਪਹਿਲਾਂ ਚੈਲੰਜ ਕਰਨ ਵਾਲੇ ਉਹ ਵੀ ਭਾਰਤੀ ਜਨਤਾ ਪਾਰਟੀ ਦੇ, ਕਿਉਂਕਿ ਧਰਮ ਦੇ ਫਿਰਕਿਆਂ ਨੂੰ ਲੜਾ ਕੇ ਹਮੇਸ਼ਾ ਭਾਰਤੀ ਜਨਤਾ ਪਾਰਟੀ ਨੇ ਰਾਜਨੀਤਿਕ ਫਾਇਦਾ ਲੈਣ ਦੀ ਗੱਲ ਕੀਤੀ ਹੈ। ਇਹਨਾਂ ਦੀ ਜਿਹੜੀ ਪੇਰੈਂਟਲ ਪਾਰਟੀ ਹੈ, ਜਿਹੜੀ ਇਹਨਾਂ ਦੀ ਪੇਰੈਂਟਲ ਜਥੇਬੰਦੀ ਆ RSS, ਉਹਦਾ ਕੰਮ ਹੀ ਸ਼ੁਰੂ ਤੋਂ ਲੜਾਉਣਾ ਰਿਹਾ, ਫਿਰਕਿਆਂ ਨੂੰ ਲੜਾਉਣਾ ਹੀ ਉਹਨਾਂ ਦਾ ਸ਼ੁਰੂ ਤੋਂ ਕੰਮ ਰਿਹਾ। ਉਹਨਾਂ ਦਾ ਕੰਮ ਜਿਹੜੀ ਅੰਗਰੇਜ਼ਾਂ ਦੀ ਨੀਤੀ ਸੀ ਫੁੱਟ ਪਾਓ ਤੇ ਰਾਜ ਕਰੋ, ਉਹਨੂੰ ਲਾਗੂ ਕਰਨਾ ਸ਼ੁਰੂ ਤੋਂ, ਜਦੋਂ ਤੋਂ RSS ਬਣੀ ਹੈ 1925 ਤੋਂ ਲੈ ਕੇ ਉਹਨਾਂ ਨੇ ਕੰਮ ਹੀ ਫਿਰਕਿਆਂ ਨੂੰ ਲੜਾਉਣ ਦਾ ਕੀਤਾ। ਤੇ ਉਸ ਤੋਂ ਬਾਅਦ ਇਹਨਾਂ ਤੇ ਪਾਬੰਦੀ ਲੱਗੀ ਰਹੀ ਹੈ 1948 ਤੋਂ ਲੈ ਕੇ 1952 ਤੱਕ RSS ਤੇ। ਫਿਰ ਇਹਨਾਂ ਨੇ ਇਹ ਕਹਿ ਕੇ ਪਾਬੰਦੀ ਖਿਲਾਈ ਸੀ ਕਿ ਅਸੀਂ ਕੋਈ ਰਾਜਨੀਤਿਕ ਗੱਲ ਨਹੀਂ ਕਰਾਂਗੇ, ਕਿਸੇ ਤਰ੍ਹਾਂ ਦੀ ਕੋਈ ਉਸ ਤਰ੍ਹਾਂ ਦੀ ਧਾਰਮਿਕ ਗੱਲ ਨਹੀਂ ਕਰਾਂਗੇ, ਸਿਰਫ ਸਮਾਜ ਸੇਵਕ ਕੰਮ ਕਰਾਂਗੇ, ਸਮਾਜ ਸੇਵਾ ਦੇ ਕੰਮ ਕਰਾਂਗੇ। ਤੇ ਤਾਂ ਜਾ ਕੇ 1952 ਚ ਇਹਨਾਂ ਤੋਂ ਜਿਹੜੀ ਉਹ ਪਾਬੰਦੀ ਹਟੀ ਸੀ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ। ਫਿਰ 1980 ਦੇ ਵਿੱਚ ਇਹਨਾਂ ਨੇ ਆਪਣਾ ਇੱਕ ਰਾਜਨੀਤਿਕ ਵਿੰਗ ਬਣਾਇਆ ਅਟਲ ਬਿਹਾਰੀ ਵਾਜਪਾਈ ਜੀ ਤੇ LK ਅਡਵਾਨੀ ਜੀ ਦੀ ਅਗਵਾਈ 'ਚ, ਜਿਹਦਾ ਨਾਮ ਭਾਰਤੀ ਜਨਤਾ ਪਾਰਟੀ ਰੱਖਿਆ। ਤੇ ਉਹਦਾ ਵੀ ਏਜੰਡਾ ਇਹੀ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ। ਪਹਿਲਾਂ ਇਹਨਾਂ ਨੇ ਬਾਬਰੀ ਮਸਜਿਦ ਢਵਾਈ, ਫਿਰ ਦੰਗੇ ਕਰਵਾਏ, ਫਿਰ ਗੱਲ ਉਹਨੂੰ ਮੁੱਦਾ ਬਣਾ ਕੇ ਕਿੰਨੀ ਦੇਰ ਲਮਕਾਈ ਰੱਖਿਆ, ਫਿਰ ਜੰਮੂ ਕਸ਼ਮੀਰ ਦੇ ਨਾਂ ਤੇ ਕਰਦੇ ਰਹੇ ਇਹ ਰਾਜਨੀਤੀ। ਹੁਣ ਕਿਉਂਕਿ ਜੰਮੂ ਕਸ਼ਮੀਰ ਇੱਕ UT ਬਣ ਚੁੱਕਿਆ ਹੈ, ਉਹਦੀਆਂ ਸਟੇਟਾਂ ਤੋੜ ਕੇ 3 ਬਣਾ ਕੇ ਉਹਨੂੰ ਯੂਨੀਅਨ ਟੈਰੀਟਰੀ ਬਣਾਤੀ। ਤੇ ਜੇ ਉੱਥੇ ਕੋਈ ਗੱਲ ਕਰਦੇ, ਹੁਣ ਜੰਮੂ ਕਸ਼ਮੀਰ ਦੀ ਗੱਲ ਕਰਦੇ ਆ, ਫਿਰ ਤਾਂ ਉਹ ਇਹਨਾਂ ਦੇ ਸਹੀ ਫਿਰ ਠੀਕਰਾ ਭਜਦਾ ਭਾਰਤੀ ਜਨਤਾ ਪਾਰਟੀ ਦੇ ਸਿਰ। ਹੁਣ ਇਸ ਕਰਕੇ ਜਿਹੜੀ ਇਲੈਕਸ਼ਨ ਆ ਰਹੇ ਆ, ਹਰਿਆਣੇ ਦੇ ਵਿੱਚ ਇਲੈਕਸ਼ਨ ਆ ਰਹੇ ਆ ਤੇ 2024 ਦੇ ਇਲੈਕਸ਼ਨ ਲੋਕ ਸਭਾ ਦੇ ਆ ਰਹੇ ਆ, ਉਹਦੀ ਤਿਆਰੀ ਵਾਸਤੇ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਮਣੀਪੁਰ ਦੀਆਂ ਘਟਨਾਵਾਂ ਕਰਾਈਆਂ, ਉਹ ਵੀ ਪਲਾਨਡ ਸੀ, ਤੇ ਇਹ ਹੁਣ ਹਰਿਆਣੇ ਦੇ ਵਿੱਚ ਇਹ ਵੀ ਪਲਾਨਡ ਹੈ। ਤੇ ਮੈਂ ਇੱਕ ਗੱਲ ਦੁਬਾਰਾ ਫੇਰ ਦੁਹਰਾਉਣਾ ਹੈ, ਜਿਹੜੇ ਪਥਰਾਓ ਕਰਨ ਵਾਲੇ ਬੰਦੇ ਆ 100% ਭਾਰਤੀ ਜਨਤਾ ਪਾਰਟੀ ਦੇ ਹੋਣਗੇ। ਜਿਸ ਤਰ੍ਹਾਂ ਕਿ ਅਵੈਸੀ ਹੈ ਇਹਨਾਂ ਦਾ ਜਿਹੜਾ ਹੈਦਰਾਬਾਦ ਵਾਲਾ, ਉਹਨੇ ਬਣਾਈ ਤਾਂ ਕੋਈ ਮੁਸਲਿਮ ਲੀਗ ਆ, ਆਪਣੀ ਪਾਰਟੀ ਬਣਾਈ ਆ ਮੁਸਲਮਾਨਾਂ ਦੀ, ਪਰ ਉਹ ਪ੍ਰਚਾਰ ਕਰਦਾ ਭਾਰਤੀ ਜਨਤਾ ਪਾਰਟੀ ਦਾ, ਇਹਨਾਂ ਦਾ ਇੱਕ ਉਹ ਵਿੰਗ ਬਣਾਇਆ ਹੋਇਆ। ਜਿੱਥੇ ਇਹ ਭਾਰਤੀ ਜਨਤਾ ਪਾਰਟੀ ਕਮਜ਼ੋਰ ਹੁੰਦੀ ਹੈ ਉੱਥੇ ਜਾ ਕੇ ਉਹ ਹਿੰਦੂਆਂ ਦੇ ਖਿਲਾਫ ਪ੍ਰਚਾਰ ਕਰਦਾ ਹੈ, ਤਾਂ ਜੋ ਹਿੰਦੂ ਵੋਟ ਹੈ ਉਹਨੂੰ ਪੋਲਰਾਈਜ਼ ਕੀਤਾ ਜਾ ਸਕੇ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ। ਇਸ ਤਰ੍ਹਾਂ ਨੇ ਜਿਹੜੀਆਂ ਘਟਨਾਵਾਂ ਹੈ ਇਹਦਾ ਸ਼ਿਕਾਰ ਹੋਇਆ ਇਹ ਸਾਰਾ ਕੁਝ ਜਿਹੜਾ ਹਰਿਆਣਾ ਹੋਇਆ। ਤੇ ਇਸ ਦੇਸ਼ ਲਈ, ਲੋਕਤੰਤਰ ਲਈ ਤੇ ਸਾਡੇ ਜਿਹੜੀ ਪ੍ਰੋਗਰੈਸਿਵ ਜਿਹੜੀ ਸਾਡੀ ਚੱਲ ਰਹੀ ਸੀ ਤਰੱਕੀ, ਉਹਦੇ ਲਈ ਬੇਹੱਦ ਖਤਰਨਾਕ ਹੈ। ਆਉਣ ਵਾਲਾ ਸਮਾਂ ਜਿਹੜਾ
ਇਹ ਦੱਸੂਗਾ। ਇਸ ਤਰ੍ਹਾਂ ਜਿਹੜੀਆਂ ਹੁਣ ਤੱਕ ਕਿੰਨੀਆਂ ਉੱਥੇ 6 ਮੌਤਾਂ ਹੋ ਗਈਆਂ ਜੀ, 6 ਘਰਾਂ ਦੇ ਚਿਰਾਗ ਬੁਝ ਗਏ ਜੀ। ਉਹਨਾਂ ਦੇ ਵਿੱਚ 2 ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਹੈ, ਪੁਲਿਸ ਵਾਲੇ, ਹੋਮਗਾਰਡ ਵਾਲੇ। ਥਾਣੇ ਤੇ ਹਮਲਾ ਹੋਣਾ, ਜਿਹੜੀ ਪੁਲਿਸ ਨੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਹੈ ਤੇ ਗੁੰਡਿਆਂ ਦੇ ਹੌਸਲੇ ਇੰਨੇ ਜ਼ਿਆਦਾ ਹੋਣ ਕਿ ਉਹ ਜਾ ਕੇ ਥਾਣੇ ਤੇ ਹਮਲਾ ਕਰਨ। ਸਰਕਾਰੀ ਸ਼ਹਿ ਤੋਂ ਬਗੈਰ ਇਹ ਗੱਲ ਹੋ ਨਹੀਂ ਸਕਦੀ। ਤੁਸੀਂ ਕਿਤੇ ਵੀ ਦੇਖੋਗੇ ਇਤਿਹਾਸ ਦੇ ਵਿੱਚ ਕਦੇ ਜਿਹੜੀ ਪੁਲਿਸ ਸਟੇਸ਼ਨ ਹੈ ਉਹਦੇ ਉੱਤੇ ਸਰਕਾਰੀ ਸ਼ਹਿ ਤੋਂ ਬਗੈਰ ਹਮਲਾ ਨਹੀਂ ਹੋ ਸਕਦਾ। ਜੇ ਹੋਇਆ ਤਾਂ ਉਹਨੇ ਤਾਂ ਗੋਲੀ ਚੱਲਣੀ ਚਾਹੀਦੀ ਸੀ ਮੌਕੇ ਤੇ, ਪੁਲਿਸ ਨੇ ਗੋਲੀ ਕਿਉਂ ਨਹੀਂ ਚਲਾਈ? ਉਸ ਤੋਂ ਬਾਅਦ ਵਿੱਚ ਕੋਈ ਉਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਨਹੀਂ ਹੋਈਆਂ? ਠੀਕ ਹੈ ਜਸਵਿੰਦਰ ਜੀ। ਫਿਰ ਉਸ ਤੋਂ ਬਾਅਦ ਜਿਹੜਾ ਉਹਨੂੰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਉਹ ਜਿਹੜੀ ਹਿੰਸਾ ਫਿਰ ਦੁਬਾਰਾ ਗਾਂ ਵੱਧਦੀ ਗਈ। ਸਾਡੇ ਉੱਥੇ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਭੁਪਿੰਦਰ ਸਿੰਘ ਹੁੱਡਾ ਜੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਮਾਂ ਰਹਿੰਦੇ ਜੇ ਗੱਲ ਸੰਭਾਲੀ ਜਾਂਦੀ ਤਾਂ ਬਿਲਕੁਲ ਇਹ ਘਟਨਾਵਾਂ ਨਹੀਂ ਹੋ ਸਕਦੀਆਂ ਸੀ। ਤਿਆਰੀ ਹੁੰਦੀ, ਕਿਉਂਕਿ ਜਿਹੜੀ ਤਿਆਰੀ ਤਾਂ ਪਹਿਲਾਂ ਦੂਜੇ ਪਾਸੇ ਨੂੰ ਚੱਲ ਰਹੀ ਸੀ। ਜਦੋਂ ਫੇਸਬੁੱਕ ਲਾਈਵ ਹੋ ਰਹੇ ਸੀ, ਜਦੋਂ ਸਾਰੀਆਂ ਉਹ ਚੈਲੰਜ ਕੀਤੇ ਜਾ ਰਹੇ ਸੀ ਕਿ ਅਸੀਂ ਬਰਾਤੀ ਬਣ ਕੇ ਆ ਰਹੇ ਹਾਂ, ਪਤਾ ਸੀਗਾ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ। ਉਹਨੂੰ ਜਾਣ ਬੁੱਝ ਕੇ ਖੁੱਲਾ ਛੱਡਿਆ ਗਿਆ ਤੇ ਜਾਣ ਬੁੱਝ ਕੇ ਇਹ ਸਾਰੀਆਂ ਘਟਨਾਵਾਂ ਕਰਾਈਆਂ ਗਈਆਂ। ਠੀਕ ਹੈ ਸਰੀਨ ਸਾਹਿਬ, ਬਿਨਾਂ ਸ਼ਹਿ ਤੋਂ ਕੰਮ ਨਹੀਂ ਹੋਇਆ, ਖੁੱਲਾ ਛੱਡਿਆ ਗਿਆ। ਦੇਖੋ ਮੈਂ ਬਿਲਕੁਲ ਤੁਸੀਂ ਵਧੀਆ ਗੱਲ ਕਹੀ ਕਿ ਸਰਕਾਰੀ ਸ਼ਹਿ ਕਹਿੰਦੇ ਆ। ਦੇਖੋ ਜਿਹੜੇ ਵੀ ਹਿੰਸਾ ਹੁੰਦੀ ਹੈ ਜਾਂ ਦੰਗੇ ਹੁੰਦੇ ਆ, ਮੈਂ ਉਸ ਚੀਜ਼ ਦਾ ਸਮਰਥਨ ਨਹੀਂ ਕਰਦਾ, ਪਰ ਇਹਨਾਂ ਨੇ ਕਿਹਾ ਜੇ ਕਾਂਗਰਸ ਦੇ ਰਾਜ ਚ 84 ਦੀ ਕਤਲੇਆਮ ਹੋਈ ਜਾਂ ਵੱਖ-ਵੱਖ ਦੰਗੇ ਹੋਏ, ਕਿਆ ਉਹ ਸਰਕਾਰੀ ਸ਼ਹਿ ਤੇ ਹੁੰਦੇ ਰਹੇ? ਚਾਹੇ ਦਿੱਲੀ ਦੇ ਅੰਦਰ ਜਿਹੜੇ ਤਾਹਿਰ ਹੁਸੈਨ ਜੇਲ੍ਹ ਚ ਫੜਿਆ ਗਿਆ, ਕਿ ਉਹ ਸਰਕਾਰੀ ਸ਼ਹਿ ਤੋਂ ਹੋਏ? ਇਹ ਉਹ ਲੋਕ ਹੁੰਦੇ ਆ ਜਿਹੜੇ ਸਮਾਜ ਦੇ ਅੰਦਰ ਪਾੜ ਪਾ ਕੇ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਆ ਉਹਨਾਂ ਨੂੰ ਲਾਭ ਦੇਣ ਦੇ ਲਈ ਕੰਮ ਕਰਦੇ ਆ। ਉਹੀ ਕੰਮ ਹਰਿਆਣੇ ਦੇ ਵਿੱਚ ਕੀਤਾ ਗਿਆ ਹੈ। ਔਰ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਹਾਂ ਕਿ ਮੇਰੇ ਬਹੁਤ ਸੀਨੀਅਰ ਨੇ ਦੋਵੇਂ, ਪਾਸੀ ਜੀ ਔਰ ਸਿੱਖਾਂ ਵਾਲੇ ਜੀ, ਵੱਡੇ ਪ੍ਰਵਕਤਾ ਨੇ ਪਾਰਟੀਆਂ ਦੇ। ਇਹ ਜੀ ਮਤਲਬ ਕਿਸੇ ਸਰਕਾਰ ਦੇ ਉੱਤੇ ਸਰਕਾਰ ਨੂੰ ਕਹਿਣਾ ਕਿ ਸਰਕਾਰ ਦੀ ਨਹੀਂ ਸੀ ਜ਼ਿੰਮੇਵਾਰੀ, ਸਰਕਾਰ ਮਤਲਬ ਜਿਹੜੀ ਹੈ ਸੀਰੀਅਸ ਨਹੀਂ ਸੀ। ਸਰਕਾਰ ਨੂੰ ਇਦਾਂ ਦੇ ਦੰਗਿਆਂ ਦੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਈ ਰਹੀ ਹੋਵੇ ਜਾਂ ਹੋਵੇ, ਇਹ ਸਰਕਾਰ ਦੇ ਨਾਮ ਉੱਤੇ ਕਲੰਕ ਲੱਗਣ ਵਾਲੀਆਂ ਘਟਨਾਵਾਂ ਹੁੰਦੀਆਂ। ਔਰ ਕੋਈ ਵੀ ਸਰਕਾਰ ਹੋਵੇ, ਕੋਈ ਵੀ ਵਿਅਕਤੀ ਹੋਵੇ, ਉਹ ਆਪਣੇ ਤੇ ਕਲੰਕ ਕਾਲਕ ਨਹੀਂ ਲਾਉਣਾ ਚਾਹੁੰਦਾ। ਤੇ ਇਹ ਜਿਹੜੀ ਘਟਨਾ ਹੋਈ ਹੈ, ਇਸ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਹੈ ਟਾਰਗੇਟ ਹਿਟਿੰਗ ਜ਼ਰੂਰ ਹੋਈ ਹੈ, ਕਿਉਂਕਿ ਜੇਕਰ ਉਹਨਾਂ ਦਾ ਮਾਈਂਡ ਜਿਹੜੇ ਬੰਦੇ ਨੂੰ ਲੈ ਕੇ ਕਹਿ ਰਿਹਾ ਹੈ ਕਿ ਉਹ ਆਇਆ, ਉਹਨੇ ਸਾਰਿਆਂ ਨੂੰ ਪ੍ਰਵੋਕ ਕੀਤਾ, ਉਹ ਸ਼ਾਮਲ ਤਾਂ ਨਹੀਂ ਹੋਇਆ ਉਹਦੇ ਵਿੱਚ। ਕੀ ਪਤਾ ਪੁਲਿਸ ਨੇ ਐਡਮਿਨਿਸਟ੍ਰੇਟਿਵ ਇਨਵੈਸਟੀਗੇਸ਼ਨ ਦਾ ਪ੍ਰੋਸੈਸ ਹੈ, ਕੀ ਪਤਾ ਪੁਲਿਸ ਨੇ ਉਹਦੇ ਤੇ ਪ੍ਰੈਸ਼ਰ, ਜਿਹੜਾ ਮੋਨੂ ਹੈ, ਕੌਣ ਹੈ ਉਹਦਾ ਨਾਮ, ਉਹ ਤੇ ਪ੍ਰੈਸ਼ਰ ਬਿਲਟਅਪ ਕੀਤਾ ਹੋਇਆ, ਇਹਨੂੰ ਆਣ ਹੀ ਨਾ ਦਿੱਤਾ ਹੋਵੇ। ਤੇ ਪਰ ਜੇ ਇਹ ਗੱਲ ਕਹਿਣੀ ਕਿ ਉੱਥੇ ਜਾਣਾ ਧਾਰਮਿਕ ਯਾਤਰਾ ਦੇ ਵਿੱਚ, ਧਾਰਮਿਕ ਜਿਹੜੇ ਕਾਰਜਕ੍ਰਮਾਂ ਦੇ ਵਿੱਚ ਸਭ ਜਾਣ, ਔਰ ਮੈਂ ਸਮਝਦਾ ਕਿ ਇਹ ਕਿਤੇ ਨਾ ਕਿਤੇ ਉਸ ਹਜੂਮ ਦੇ ਵਿੱਚ ਐਂਟੀ ਸੋਸ਼ਲ ਐਲੀਮੈਂਟ ਸ਼ਾਮਲ ਹੋਏ, ਜਿਨ੍ਹਾਂ ਨੇ ਜਾਣਦੇ ਹੋਏ ਜਾਣਬੁੱਝ ਕੇ ਜਿਹੜਾ ਹੈ ਮੰਦਿਰ ਦੇ ਉੱਤੇ ਹਮਲਾ ਕੀਤਾ, ਪੁਲਿਸ ਦੇ ਉੱਤੇ ਅਟੈਕ ਕੀਤਾ, ਚਾਹੇ ਉਹ ਮੰਦਿਰ ਤੇ ਹਮਲਾ ਕਰਨ ਵਾਲੇ ਹੋਣ, ਚਾਹੇ ਉਹ ਪੁਲਿਸ ਥਾਣੇ ਤੇ ਅਟੈਕ ਕਰਨ ਵਾਲੇ ਹੋਣ, ਗੋਲੀ ਚਲਾਉਣ ਵਾਲੇ ਹੋਣ, ਜਾਨ ਲੈਣ ਵਾਲੇ ਹੋਣ, ਕਿਸੇ ਜਾਤੀ ਦੇ ਹੋਣ, ਕਿਸੇ ਮਜ਼ਹਬ ਦੇ ਹੋਣ, ਕੋਈ ਵੀ ਨਾ ਤਾਂ ਬਖਸ਼ਿਆ ਜਾਏਗਾ ਨਾ ਬਖਸ਼ਿਆ ਜਾ ਰਿਹਾ। ਔਰ ਇਸ ਮਾਮਲੇ ਦੇ ਉੱਤੇ ਇਹ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਦਾ ਸਪਸ਼ਟ ਹੈ, ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ, ਗ੍ਰਹਿ ਮੰਤਰੀ ਸਾਹਿਬ ਨੇ, ਡੀਜੀਪੀ ਸਾਹਿਬ ਨੇ, ਤਿੰਨਾਂ ਨੇ ਬਿਆਨ ਦਿੱਤਾ ਹੈ। ਔਰ ਕਿਸੇ ਵੀ ਪ੍ਰਕਾਰ ਨਾਲ ਹਾਲਾਤ ਜਿਹੜੇ ਹੈ, ਠੀਕ ਹੈ ਇੱਕ ਦਿਨ ਖਰਾਬ ਰਹੇ, ਅੱਜ ਵੀ ਠੀਕ ਹੈ, ਔਰ ਅੱਜ ਵੀ ਕਈ ਜਗ੍ਹਾ ਤੇ ਰਿਲੈਕਸੇਸ਼ਨ ਦੇ ਦਿੱਤੀ ਗਈ ਹੈ, ਔਰ 1-2 ਦਿਨ ਦੇ ਵਿੱਚ ਬਿਲਕੁਲ ਠੀਕ ਹੋਣਗੇ। ਔਰ ਜਿਹੜੇ ਵੀ ਲੋਕ ਇਹਨਾਂ ਘਟਨਾਵਾਂ ਦੇ ਵਿੱਚ ਵੰਚਿਤ ਵੀਡੀਓਜ਼ ਜਿਹੜੀਆਂ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਸੰਗਿਆਨ ਲਿਆ। ਸਭ ਹਾਲਾਤ ਠੀਕ ਕਹਿ ਰਹੇ ਹੋ, ਮਾਹੌਲ ਠੀਕ ਦੱਸ ਰਹੇ ਹੋ। ਮੈਂ ਕਿਹਾ ਜੀ ਹਾਲਾਤ ਠੀਕ ਹੋ ਰਹੇ ਆ ਨਾ ਜੀ, ਤਾਂ ਹੀ ਅੱਜ ਰਿਲੈਕਸੇਸ਼ਨ ਹੋਈ ਕਿਤੇ ਕਰਫਿਊ ਦੀ ਨਹੀਂ, ਪਰ ਹਲੇ ਵੀ ਬਹੁਤ ਥਾਵਾਂ ਦੇ ਉੱਤੇ ਕਰਫਿਊ ਇੰਪੋਜ਼ ਹੈ, ਇੰਟਰਨੈਟ ਸੇਵਾ ਬੰਦ ਹੈ, ਸਕੂਲ ਬੰਦ ਕੀਤੇ ਗਿਆ ਹੈ, ਭਵਿੱਖ ਦੀਆਂ ਜਿਹੜੀਆਂ ਪ੍ਰੀਖਿਆਵਾਂ ਨੇ ਉਹ ਰੱਦ ਕੀਤੀਆਂ ਗਈਆਂ ਨੇ। ਔਰ ਇਸ ਸਭ ਦੇ ਵਿੱਚ ਸਰੀਨ ਸਾਹਿਬ, ਉਮੀਦ ਕਰਦਾ ਮੇਰੀ ਆਵਾਜ਼ ਆ ਰਹੀ ਹੋਏਗੀ, ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਹੋਰਾਂ ਦਾ ਇਹ ਬਿਆਨ ਦੇਣਾ ਕਿ ਸਾਡੇ ਕੋਲ 3.25 ਕਰੋੜ ਦੀ ਆਬਾਦੀ ਹੈ, 2.7 ਕਰੋੜ ਦੀ ਆਬਾਦੀ ਹੈ, 60,000 ਮੁਲਾਜ਼ਮ, ਅਸੀਂ ਹਰ ਕਿਸੇ ਦੀ ਸੁਰੱਖਿਆ ਤਾਂ ਨਹੀਂ ਕਰ ਸਕਦੇ। ਜਦੋਂ ਸਾਡਾ ਸੂਬਾ ਉਬਲ ਰਿਹਾ ਹੋਵੇ,
ਨਫ਼ਰਤ ਦੀ ਅੱਗ 'ਚ ਝੁਲਸ ਰਿਹਾ ਹੋਵੇ, ਉਸ ਮੌਕੇ ਸੂਬੇ ਦੇ ਮੁਖੀ ਦਾ ਇਹ ਬਿਆਨ ਕੀ ਮਤਲਬ ਹੈ ਇਸ ਦਾ? ਦੇਖੋ, ਜਿਹੜੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਕੱਲੇ ਵਿਅਕਤੀ ਨੂੰ ਸਰਕਾਰ ਜਿਹੜੀ ਵੀ ਹੋਵੇ ਸੁਰੱਖਿਆ ਔਰ ਸੁਵਿਧਾ ਦੇਣ ਦੇ ਲਈ ਵਚਨਬੱਧ ਹੁੰਦੀ ਹੈ ਔਰ ਜ਼ਿੰਮੇਵਾਰੀ ਹੁੰਦੀ ਹੈ। ਸਾਡੀ ਸਰਕਾਰ 'ਚ ਕਿਤੇ ਨਾ ਕਿਤੇ ਇਹ ਵਾਲਾ ਇਨਸੀਡੈਂਟ ਹੋ ਗਿਆ ਤੇ ਇਹਨੂੰ ਲੈ ਕੇ ਕਿਉਂਕਿ ਟਾਰਗੇਟਿੰਗ ਕੀਤੀ ਜਾਏ, ਮੈਂ ਸਮਝਦਾ ਕਿ ਇਹ ਜੀ ਕੋਈ ਗੱਲ ਨਹੀਂ ਹੈ। ਸਾਡੇ ਗੁੱਡ ਗਵਰਨੈਂਸ ਦੇ ਉੱਤੇ ਸਰਕਾਰ ਚੱਲ ਰਹੀ ਹੈ। ਜੇ ਇਹ ਘਟਨਾ ਹੋਈ ਹੈ ਔਰ ਇਹਦੇ ਦੋਸ਼ੀਆਂ ਨੇ ਕਿਉਂਕਿ ਪਲਾਨਡ ਇਸ ਲਈ ਲੱਗ ਰਿਹਾ ਹੈ, ਜੋ ਇਸ ਲਈ ਕਹਿ ਰਹੇ ਹੈ ਕਿਉਂਕਿ ਕਾਰਾਂ ਸਾੜੀਆਂ ਗਈਆਂ। ਜੇ ਲੜਾਈ ਸੀ ਕਿਸੇ ਵਿਅਕਤੀ ਨਾਲ ਸੀ ਨਾ, ਕਾਰਾਂ ਸਾੜੀਆਂ ਜਾ ਰਹੀਆਂ, ਫਿਰ ਟਾਰਗੇਟ ਕਰਕੇ ਹਿਟਿੰਗ ਹੋ ਰਹੀ ਹੈ ਤੇ ਦੈਟ ਮੀਨਸ ਕਿ ਇਹਦੇ ਪਿੱਛੇ ਕੁਛ ਨਾ ਕੁਛ षड्यंत्र ਹੈ। ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਆਉਣ ਵਾਲੇ ਦਿਨਾਂ 'ਚ ਇਨਵੈਸਟੀਗੇਸ਼ਨ ਇਹਦੇ ਤੇ ਸੈੱਟ ਵੀ ਬਣ ਗਈ ਹੈ। ਇਨਵੈਸਟੀਗੇਸ਼ਨ ਦਾ ਪਾਰਟ ਹੈ। ਜਗ ਜਾਹਿਰ ਹੋ ਜਾਣੀ ਗੱਲ। ਜਿਹੜੇ ਦੋਸ਼ੀ ਹੋਣੇ ਆ ਉਹ ਵੀ ਪਤਾ ਲੱਗ ਜਾਣੇ। ਫਾਸੀ ਸਾਹਿਬ ਸੈਟੀਸਫਾਈ ਹੋ? ਧਾਲੀਵਾਲ ਜੀ, ਮੈਂ ਇਸ 'ਚ ਕੁਝ ਗੱਲਾਂ ਕਰਨੀਆਂ ਚਾਹੂੰਗਾ। ਸਿੱਖਾਂ ਵਾਲੇ ਜੀ ਨੇ ਵੀ ਕੁਝ ਗੱਲਾਂ ਕੀਤੀਆਂ ਤੇ ਸਰੀਨ ਸਾਹਿਬ ਨੇ ਵੀ ਕੀਤੀ। ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਮੋਨੂ ਮਾਨੇਸਰ ਜਿਹੜਾ ਕਹਿ ਰਿਹਾ ਕਿ ਸ਼ਾਮਲ ਨਹੀਂ ਹੋਇਆ ਸੀ, ਮੇਰੇ ਕੋਲੇ ਵੀਡੀਓਜ਼ ਵੀ ਪਈਆਂ, ਮੇਰੇ ਕੋਲੇ ਉਹ ਵੀਡੀਓ ਵੀ ਪਈ ਆ ਜੋ ਬਿੱਟੂ ਬਜਰੰਗੀ ਨੇ ਕਹੀ ਆ। ਜੇ ਕਹੋ ਮੈਂ ਤੁਹਾਡੇ ਚੈਨਲ ਤੇ ਹੁਣ ਵੀ ਚਲਾ ਸਕਦਾ ਜੀ। ਮੈਂ ਤੁਹਾਨੂੰ ਕਲੀਅਰ ਦੱਸਦਾ। ਔਰ ਵਿਜਜੀ ਵਾਲੀ ਵੀ ਪਈ ਆ ਜਿਸ ਚੋਂ ਮੋਨੂ ਮਾਨੇਸਰ ਨੂੰ ਇਨਕੁਆਇਰੀ ਤੋਂ ਪਹਿਲਾਂ ਹੀ ਕਲੀਨ ਚਿੱਟ ਦੇ ਰਹੇ। ਪਹਿਲੀ ਚੀਜ਼ ਮੈਂ ਤੁਹਾਨੂੰ ਦੱਸਦਾ। ਦੂਸਰੀ ਚੀਜ਼ ਮੈਂ ਦੱਸਦਾ, ਜਿਹੜਾ ਇਹਨਾਂ ਨੇ RSS ਦੀ ਗੱਲ ਕੀਤੀ ਹੈ ਕਿ ਪਾਬੰਦੀ ਲੱਗੀ ਸੀ, ਕੁਝ ਹੋਈ ਸੀ, ਮੈਂ ਇਸ ਟੌਪਿਕ ਤੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਜਦੋਂ 62 ਦੀ ਫਿਰ ਜਦੋਂ ਲੜਾਈ ਹੋਈ ਹੈ ਤਾਂ ਉਸ ਟਾਈਮ ਦੇਸ਼ ਦੇ ਵਿੱਚ RSS ਦੀ ਤਾਰੀਫ ਵੀ ਹੋਈ। ਉਸ ਤੋਂ ਬਾਅਦ ਫਿਰ ਜਦੋਂ ਰਾਮ ਮੰਦਿਰ ਦੀ ਗੱਲ ਹੋਈ ਹੈ ਫਿਰ RSS ਦਾ ਵਿਰੋਧ ਹੋਇਆ, ਦੰਗੇ ਹੋਇਆ ਤਾਂ ਕਾਂਗਰਸ ਦਾ ਵੀ ਵਿਰੋਧ ਹੋਇਆ। ਜਦੋਂ ਕਦੇ ਵੀ ਧਰਮ ਦੀ ਪਾਲਿਸੀ ਹੋਈ ਹੈ, ਪੋਲਿਟਿਕਸ ਹੋਈ ਹੈ ਤਾਂ ਦੇਸ਼ ਦਾ ਨੁਕਸਾਨ ਹੋਇਆ। ਔਰ ਮੈਂ ਇੱਕ ਚੀਜ਼ 'ਚ ਕਹਿਣ 'ਚ ਮੈਨੂੰ ਕੋਈ ਗੁਰੇਜ਼ ਨਹੀਂ ਕਿ ਸਭ ਤੋਂ ਵੱਧ ਕਤਲ ਨਵਜੋਤ ਜੀ, ਸਭ ਤੋਂ ਵੱਧ ਕਤਲ ਧਰਮ ਦੀ ਰਾਜਨੀਤੀ ਨੇ ਕਰਵਾਏ ਹੈ। ਪੂਰੇ ਵਰਲਡ ਦੇ ਵਿੱਚ ਤੁਸੀਂ ਹਿਸਟਰੀ ਕੱਢ ਕੇ ਦੇਖ ਲਓ। ਮੈਂ ਇਹਨਾਂ ਨੂੰ ਸਪਸ਼ਟ ਕਹਿਣਾ ਚਾਹਨਾ ਕਿ ਨਾ ਹਿੰਦੂ बुरा है, ना मुसलमान बुरा है, ना सिख बुरा है, ना ईसाई बुरा है। इन लालची लीडरों के दिमाग में बैठा कसाई बुरा है, जिन्होंने सत्ता की लालचा चढ़ी रहती है। चाहे वो 1947 तो अज तक की हिस्टरी देख लो। मैं किसी को यह नहीं कह रहा कि कौन जिम्मेवार है क्योंकि ये जांच का विषय, पर मैं एक चीज मैं स्पष्ट शब्दों च कहूंगा कि 2 दिन तो नूह दे विच ਇਹ ਮਾਹੌਲ ਬਣਦਾ ਜਾ ਰਿਹਾ ਸੀ, ਮਾਹੌਲ ਖਰਾਬ ਹੁੰਦਾ ਜਾ ਰਿਹਾ ਸੀ। ਔਰ ਉੱਥੇ ਜਿਹੜਾ ਸਿਰਫ ਹੋਮਗਾਰਡ ਦੀ ਟੁਕੜੀਆਂ ਭੇਜੀਆਂ ਗਈਆਂ ਉਸ ਵਕਤ। ਔਰ ਜਿਹੜੀ ਇਹ ਕਹਿ ਰਹੇ ਮੋਨੂ ਮਾਨੇਸਰ ਸ਼ਾਮਿਲ ਨਹੀਂ ਹੋਏ, ਮੈਂ ਇਹਨਾਂ ਨੂੰ ਦੱਸ ਦੇਣਾ ਕਿ ਇੱਕ ਖਾਸ ਚੌਕ ਦੇ ਕੋਲ ਪਹੁੰਚ ਕੇ ਉੱਥੇ ਇੱਕ ਅਫਵਾਹ ਫੈਲਾਈ ਗਈ ਹੈ, ਸੱਚ ਬੋਲਿਆ ਗਿਆ ਪਤਾ ਨਹੀਂ ਹੈ ਕਿਉਂਕਿ ਉੱਥੇ ਇੱਕ ਸਕੋਰਪੀਓ ਆਉਂਦੀ ਹੈ, ਉਹ ਕਦੇ ਅੱਗੇ ਜਾਂਦੀ ਹੈ ਪਿੱਛੇ ਜਾਂਦੀ ਹੈ ਤਾਂ ਕਹਿੰਦੇ ਆ ਕਿ ਮੋਨੂ ਮਾਨੇਸਰ ਆ ਗਿਆ ਤਾਂ ਇੱਕਦਮ ਇੱਕ ਤਬਕੇ ਵੱਲੋਂ ਪਥਰਾਵ ਹੁੰਦਾ। ਔਰ ਜਿਹੜੀ ਇਹ ਯਾਤਰਾ ਦੇ ਵਿੱਚ ਵੀ ਸ਼ਾਮਲ ਹੁੰਦੇ ਆ ਉਹਨਾਂ ਕੋਲੇ ਵੀ ਹਥਿਆਰ ਨਿਕਲ ਜਾਂਦੇ ਆ। ਜਦੋਂ ਪੁਲਿਸ ਦੀ ਦੇਖ ਰੇਖ ਦੇ ਵਿੱਚ ਯਾਤਰਾ ਨਿਕਲ ਰਹੀ ਹੈ ਤਾਂ ਹਥਿਆਰ ਕਿੱਥੋਂ ਆ ਗਏ ਫਿਰ? ਇਹ ਤੁਸੀਂ ਪ੍ਰਸ਼ਾਸਨ ਦੀ ਗੱਲ ਕਰ ਰਹੇ ਹੋ। ਮੈਂ ਇਸ ਕਰਕੇ ਕਹਿ ਰਿਹਾ, ਮੈਂ ਕਿਸੇ ਤਬਕੇ ਨੂੰ ਨਹੀਂ ਬਖਸ਼ ਰਿਹਾ। ਅਗਰ ਮੈਂ ਇਸ ਕਹਿਣ 'ਚ ਮੈਨੂੰ ਕੋਈ ਗੁਰੇਜ਼ ਨਹੀਂ ਹੈ ਕਿ 1947 ਤੋਂ ਬਾਅਦ ਜਾਤ ਔਰ ਧਰਮ ਦੀ ਰਾਜਨੀਤੀ ਖੇਡ ਕੇ ਆਪਣੀ ਆਪਣੀ ਸੀਟਾਂ ਜਿੱਤਣ ਦੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਇਹ ਕੋਈ ਵੀ ਬਚਿਆ ਨਹੀਂ ਰਾਜਨੀਤੀ ਪਾਰਟੀਆਂ 'ਚੋਂ। ਪਰ ਮੈਂ ਇੱਕ ਚੀਜ਼ ਦੱਸ ਰਿਹਾ ਕਿ ਜਦੋਂ ਇੱਕ ਖਾਸ ਜਦੋਂ ਰੌਲਾ ਪੈ ਜਾਂਦਾ ਉੱਥੇ ਕਿ ਮੋਨੂ ਮਾਨੇਸਰ ਆ ਗਿਆ, ਉਸ ਤੋਂ ਬਾਅਦ ਇੱਕਦਮ ਪਥਰਾਵ ਸ਼ੁਰੂ ਹੋ ਜਾਂਦਾ। ਇਹਦਾ ਮਤਲਬ ਉਹ ਵੀ ਤਿਆਰੀ 'ਚ ਬੈਠੇ ਸੀ। ਔਰ ਜਿਹੜੇ ਯਾਤਰਾ 'ਚ ਸ਼ਾਮਲ ਹੁੰਦੇ ਆ ਮੈਕਸਿਮਮ ਬਾਹਰ ਤੋਂ ਗੱਡੀਆਂ ਗਈਆਂ ਹੁੰਦੀਆਂ, ਉਹਨਾਂ ਕੋਲੋਂ ਵੀ ਹਥਿਆਰ ਨਿਕਲੇ ਆਉਂਦੇ ਆ। ਮੇਰੇ ਕੋਲੋਂ ਫੋਟੋਆਂ ਵੀ ਹੈ ਜਦੋਂ ਗੱਡੀਆਂ ਦੇ ਵਿੱਚ ਹਥਿਆਰ ਪਏ ਆ। ਕਿਉਂਕਿ ਮੈਂ ਡਿਬੇਟ 'ਚ ਆਇਆ ਤਾਂ ਮੈਨੂੰ ਇਹ ਇਸ ਕਰਕੇ ਨਹੀਂ, ਧਾਲੀਵਾਲ ਜੀ ਇੱਕ ਹਿੰਦੁਸਤਾਨੀ ਦਾ ਫਰਜ਼ ਹੈ ਕਿ ਉਹਨੂੰ ਪਤਾ ਹੋਣਾ ਚਾਹੀਦਾ ਮੇਰੇ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ। ਕਿਉਂਕਿ ਇਹ ਰਾਜਨੀਤੀ ਇੱਕ ਸੱਤਾ ਦੀ ਲੜਾਈ ਦੇ ਜਿਹੜੇ ਖਾਮਿਆਜੇ ਆ ਨਾ ਪੀੜੀ ਦਰ ਪੀੜੀ ਭੁਗਤਣੇ ਪੈਂਦੇ ਆ। ਅੱਜ ਅਸੀਂ ਮਨੀਪੁਰ ਦੀ ਗੱਲ ਸਰੀਨ ਸਾਹਿਬ ਨੇ ਨਹੀਂ ਹੋਣ ਦਿੱਤੀ, ਅੱਜ ਦਿੱਲੀ ਦੰਗਿਆਂ ਦੀ ਅਸੀਂ ਗੱਲ ਕਰਦੇ ਆ, ਅੱਜ ਤੱਕ ਨਸੂਰ ਉੱਠ ਜਾਂਦੇ ਆ ਲੋਕਾਂ ਦੇ ਮਨਾਂ 'ਚ। ਮਨੀਪੁਰ ਦੇ ਵਿੱਚ ਅੱਜ ਲੋਕਾਂ ਦੇ ਵਿੱਚ ਬੇਭਰੋਸਗੀ ਪੈਦਾ ਹੋ ਚੁੱਕੀ ਹੈ। ਇਹਦੇ ਨਾਲ ਅਸੀਂ ਦੇਸ਼ ਨੂੰ ਅਖੰਡ ਨਹੀਂ ਕਰ ਰਹੇ, ਖੰਡਨ ਕਰਨ ਵੱਲ ਲਿਜਾ ਰਹੇ ਹਾਂ। ਇਹ ਚੀਜ਼ਾਂ ਧਾਲੀਵਾਲ ਸਾਹਿਬ, ਇਹ ਲੀਡਰਾਂ ਨੂੰ ਸਾਨੂੰ ਵਰਕਰਾਂ ਨੂੰ ਵੀ ਇਹ ਚੀਜ਼ ਚੱਕਣੀ ਪੈਣੀ ਹੈ ਕਿ ਸਾਨੂੰ ਧਰਮ ਦੀ ਰਾਜਨੀਤੀ ਜਾਂ ਜਾਤ ਦੀ ਰਾਜਨੀਤੀ ਵਿੱਚ ਇਹਨਾਂ ਨਾਲ ਜਾਓ, ਸਾਨੂੰ ਦੇਣੀ ਹੈ ਤਾਂ ਵਿਕਾਸ ਦੀ ਰਾਜਨੀਤੀ ਦਿਓ। ਇਸ 'ਚ ਕੋਈ ਸ਼ੱਕ ਨਹੀਂ ਹੈ ਧਾਲੀਵਾਲ ਸਾਹਿਬ ਕਿ 2 ਦਿਨਾਂ ਤੋਂ 29 ਤੋਂ 31 ਜੁਲਾਈ ਤੱਕ ਨੂਹ ਏਰੀਆ ਦੇ ਵਿੱਚ, ਚਾਹੇ ਇਹਨੂੰ ਅਫਵਾਹਾਂ ਦਾ ਬਾਜ਼ਾਰ ਕਹਿ ਲਓ, ਚਾਹੇ ਤਿਆਰੀਆਂ ਦਾ ਬਾਜ਼ਾਰ ਕਹਿ ਲਓ, ਗਰਮ ਸੀ, ਤਿਆਰੀਆਂ ਹੋ ਰਹੀਆਂ ਸੀ। ਔਰ ਕੀ ਪ੍ਰਸ਼ਾਸਨ ਕੋਲੇ ਰਿਪੋਰਟਾਂ ਨਹੀਂ ਸੀ ਆ ਰਹੀਆਂ
ਕਿਆ ਪ੍ਰਸ਼ਾਸਨ ਇੰਤਜ਼ਾਰ ਕਰ ਰਿਹਾ ਸੀ ਇਦਾਂ ਦਾ ਕੁਝ ਹੋਵੇ, ਜਾਂ ਕਿਤੇ ਸਟੇਟ ਸਰਕਾਰ, ਕੇਂਦਰ ਸਰਕਾਰ, ਜਿੱਦਾਂ ਸਰੀਨ ਸਾਹਿਬ ਕਹਿ ਰਹੇ ਆ ਕਿ ਉਹਨਾਂ ਨੂੰ ਬਦਨਾਮ ਕਰਨ ਦੀ, ਜਾਂ ਕਿਤੇ ਇੱਕ ਛੋਟੇ ਏਰੀਆ ਦੇ ਵਿੱਚ ਐਦਾਂ ਦੀ ਪੋਲਰਾਈਜੇਸ਼ਨ ਕਰਕੇ ਬਾਕੀ ਦੇਸ਼ 'ਚ ਕੋਈ ਸੰਦੇਸ਼ ਦੇਣ ਦੀ ਰਾਜਨੀਤੀ ਤਾਂ ਨਹੀਂ, ਜਿੱਦਾਂ ਕਿ ਪੰਜਾਬ ਦੇ ਵਿੱਚ ਹੋਈ ਸੀ। ਬੁੱਕ ਪੜੋ ਦੀ ਖਾਲਿਸਤਾਨ ਕੌਨਸਪੀਰੇਸੀ, ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਕੇ ਪੂਰੇ ਹਿੰਦੁਸਤਾਨ ਦੇ ਵਿੱਚ ਫਾਇਦਾ ਲਿਆ ਜਾਵੇ। ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ, ਜਿਹੜੇ ਉਸ ਏਰੀਆ ਦੇ ਵਿੱਚ ਲੋਕ ਰਹਿੰਦੇ ਆ, ਉਹਨਾਂ ਦੀਆਂ ਪੀੜ੍ਹੀਆਂ ਬਰਦਾਸ਼ਤ ਕਰਦੀਆਂ, ਉਹਨਾਂ ਦੀ ਪੀੜ੍ਹੀਆਂ ਨੂੰ ਪਰੇਸ਼ਾਨ ਹੋਣਾ ਪੈਂਦਾ। ਇਹ ਇਦਾਂ ਦੀ ਰਾਜਨੀਤੀ, ਇਦਾਂ ਦੀਆਂ, ਮੈਂ ਇਸ ਚੀਜ਼ ਨੂੰ ਕਹਿ ਰਿਹਾ ਜੀ। ਚਲੋ ਮੈਂ ਪਾਸੀ ਸਾਹਿਬ ਇੱਥੇ ਜਸਵਿੰਦਰ ਜੀ ਨੂੰ ਇੱਕ ਗੱਲ ਜ਼ਰੂਰ ਪੁੱਛਣਾ ਚਾਹੁੰਦਾ। ਇੱਥੇ ਹਰਿਆਣਾ ਦੀ ਗਵਰਨਮੈਂਟ ਵੀ ਰਹੀ ਹੈ, ਪੰਜਾਬ 'ਚ ਵੀ ਰਹੀ ਹੈ। ਜਸਵਿੰਦਰ ਜੀ, ਅਕਸਰ ਹੀ ਕਈ ਜਗ੍ਹਾ ਤੇ ਜਦੋਂ ਛਾਪੇਮਾਰੀ ਹੁੰਦੀ ਹੈ, ਰੇਡਸ ਕੀਤੀਆਂ ਜਾਂਦੀਆਂ ਨੇ, ਤੇ ਉਹਦਾ ਬਾਅਦ 'ਚ ਜਿਹੜਾ ਤਰਕ ਦਿੱਤਾ ਜਾਂਦਾ ਹੈ ਕਿ ਸਾਡੇ ਕੋਲ ਇਨਪੁਟ ਸੀਗੀਆਂ, ਸਾਡੇ ਕੋਲ ਰਿਪੋਰਟ ਸੀਗੀਆਂ, ਏਜੰਸੀ ਕੋਲੇ ਪਲ ਪਲ ਦੀ ਅਪਡੇਟ, ਪਲ ਪਲ ਦੀ ਰਿਪੋਰਟ ਹੁੰਦੀ ਹੈ। ਕਈ ਵਾਰ ਤਾਂ ਅਜਿਹੇ ਵੀ ਬੰਦੇ ਦਬੋਚੇ ਆ ਜਿਹੜੇ ਕਿ ਐਂਟੀ ਸੋਸ਼ਲ ਐਲੀਮੈਂਟ ਹੁੰਦੇ ਆ, ਜਿਹੜੇ ਕਿ ਮੁਲਕ ਵਿਰੋਧੀ ਗਤੀਵਿਧੀਆਂ ਕਰਦੇ ਲਾਈਵ ਉੱਥੇ ਜਿਹੜੇ ਆ ਉਹ ਫੜੇ ਜਾਂਦੇ, ਉਹਨਾਂ ਨੂੰ ਉੱਤੇ ਜਾ ਕੇ ਦਬੋਚ ਲਿਆ ਜਾਂਦਾ। ਤੇ ਜਿਵੇਂ ਪਾਸੀ ਸਾਹਿਬ ਦੱਸ ਰਹੇ ਆ, 2-3 ਦਿਨਾਂ ਤੋਂ ਸਾਰਾ ਕੁਝ ਚੱਲ ਰਿਹਾ ਸੀ, ਅੰਦਰ ਹੀ ਅੰਦਰ ਸੁਲਗ ਰਿਹਾ ਸੀ, ਤੇ ਇਹ ਜਵਾਲਾਮੁਖੀ ਫਟਣ ਤੱਕ ਨਹੀਂ ਸਾਨੂੰ ਪਤਾ ਲੱਗਦਾ। ਫਿਰ ਇਸ ਦੇ ਪਿੱਛੇ ਵਾਕਿਆ ਹੀ ਕੋਈ ਬਹੁਤ ਵੱਡੀ ਕਨਸਪੀਰੇਸੀ ਜਿਹੜੀ ਕਿ ਰਿਫਲੈਕਟ ਜਿਹੜੀ ਹੈ ਉਹ ਅੱਗੇ ਆਉਂਦੀ ਇਲੈਕਸ਼ਨਸ ਨੂੰ ਕਰਨ ਵਾਸਤੇ ਸੀ। ਬਿਲਕੁਲ ਜੀ ਧਾਲੀਵਾਲ ਸਾਹਿਬ, ਇਹ ਤਾਂ ਜਿਹੜਾ ਬਿੱਟੂ ਨੇ ਤੇ ਜਿਹੜਾ ਮੋਨੂ ਮਨੇਸਰ ਹੈ, ਇਹਨਾਂ ਨੇ ਤਾਂ ਫੇਸਬੁੱਕ ਤੇ ਲਾਈਵ ਹੋ ਕੇ ਗੱਲ ਕਰਤੀ, ਪਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿਸੇ ਨੂੰ ਪਤਾ ਨਹੀਂ ਹੁੰਦੀਆਂ, ਏਜੰਸੀਆਂ ਨੂੰ ਵੀ ਪਤਾ ਹੁੰਦੀਆਂ। ਕਿਉਂਕਿ ਮੈਂ ਜਦੋਂ ਸਾਡੀ ਸਰਕਾਰ ਰਹੀ ਹੈ, ਮੈਂ ਉਦੋਂ ਸਾਡੇ IB ਦੇ ਬਹੁਤ ਸਾਰੇ ਸੀਨੀਅਰ ਅਧਿਕਾਰੀਆਂ ਦੇ ਨਾਲ ਟੱਚ ਦੇ ਵਿੱਚ ਰਿਹਾ, ਤੇ ਸਾਡੇ ਇਲਾਕੇ ਦੇ ਬੜੇ ਸਨਸਨੀਖੇਜ ਗੱਲਾਂ ਮੈਨੂੰ ਉਹਨਾਂ ਨੇ ਦੱਸੀਆਂ ਕਿ ਫਲਾਨਾ ਬੰਦਾ ਇਸ ਤਰ੍ਹਾਂ, ਫਲਾਨਾ ਇਸ ਤਰ੍ਹਾਂ। ਉਹ ਬੜੇ ਹੈਰਾਨੀ ਵਾਲੀ ਗੱਲ ਹੁੰਦੀ ਹੈ ਕਿ ਏਜੰਸੀਆਂ ਕੋਲ ਇੰਨੀ ਜ਼ਿਆਦਾ ਬਰੀਕੀ ਦੇ ਵਿੱਚ ਜਾਣਕਾਰੀ ਹੁੰਦੀ ਹੈ ਕਿ ਕਿਹੜੇ ਵੇਲੇ ਕਿੱਥੇ ਕੀ ਹੋਣ ਵਾਲਾ। ਤੇ ਜੇ ਹੁਣ ਅੱਜ ਫਟਾਫਟੀ ਜਿਹੜੇ ਸਾਡੇ ਉੱਥੋਂ ਦੇ ਅਨਿਲ ਵਿਜ ਜੀ ਆ, ਗ੍ਰਹਿ ਮੰਤਰੀ, ਉਹਨਾਂ ਨੇ ਗੱਲ ਕਹਿਤੀ ਵੀ ਇਹ ਤਾਂ ਪਲਾਨਡ ਸੀ, ਤਾਂ ਇਹ ਗੱਲ ਆਪਾਂ ਨੂੰ ਮੰਨ ਲੈਣੀ ਚਾਹੀਦੀ ਹੈ ਵੀ ਇਹ ਪਲਾਨਡ ਸੀ। ਇਹ ਗੱਲ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਇਹਦੀ ਤਿਆਰੀ ਸ਼ਾਇਦ ਇਹ ਕੋਈ ਪਿਛਲੇ ਮਹੀਨੇ 2 ਮਹੀਨਿਆਂ ਤੋਂ ਹੋ ਰਹੀ ਹੋਣੀ ਹੈ ਕਿ ਇਸ ਤਰ੍ਹਾਂ ਦਾ ਆਪਾਂ ਇਹ ਕੰਮ ਕਰਾਉਣਾ। ਤੇ ਇਹ ਜੋ ਹੋਇਆ ਸਾਰਾ ਕੁਝ ਬਹੁਤ ਮਾੜਾ ਹੋਇਆ, ਦੇਸ਼ ਲਈ ਬਹੁਤ ਮਾੜਾ ਹੋਇਆ, ਤੇ ਸਾਡੇ ਲੋਕਤੰਤਰ ਲਈ ਬਹੁਤ ਮਾੜਾ ਹੋ ਰਿਹਾ। ਤੇ ਜਿਹੜਾ ਖਾਸ ਕਰਕੇ ਜਿਹੜਾ ਇਹਨਾਂ ਦਾ ਏਜੰਡਾ RSS ਦਾ ਤੇ ਭਾਰਤੀ ਜਨਤਾ ਪਾਰਟੀ ਦਾ ਹਿੰਦੂ ਰਾਸ਼ਟਰ ਵਾਲਾ ਏਜੰਡਾ, ਉਹਨੂੰ ਆਪਣੇ ਨਿਸ਼ਾਨੇ ਵੱਲ ਨੂੰ ਵਧਾਉਣ ਵਾਸਤੇ ਇਹ ਇੱਕ ਕਦਮ ਆਂਦਾ, ਜਿਹੜਾ ਉਹਦੇ 'ਚ ਮਣੀਪੁਰ ਦੀ ਹਿੰਸਾ ਵੀ ਸ਼ਾਮਲ ਹੈ, ਉਹਦੇ 'ਚ ਇਹ ਜਿਹੜੀ ਹਰਿਆਣੇ ਦੀ ਹਿੰਸਾ ਵੀ ਸ਼ਾਮਲ ਹੈ, ਤੇ ਇਹ ਸਾਰੀ ਕੁਝ ਪਲਾਨਡ ਹੈ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਔਰ ਨਾਲ ਲੱਗਦੀ ਇਹ ਗੱਲ ਹੈ ਕਿ ਜਿਹੜਾ ਜਿੱਥੇ ਜਿਹੜੇ ਦੁਨੀਆ ਦੇ ਜਿੰਨੇ ਦੇਸ਼ ਸੀ, ਜਿੱਥੇ ਧਰਮ ਆਧਾਰਿਤ ਸਿਆਸਤ, ਕੱਟੜਵਾਦੀ ਜਿਹੜੀ ਰਾਜ ਭਾਗ ਸਥਾਪਿਤ ਹੋਇਆ, ਉਹ ਦੇਸ਼ ਹੈ ਜਿਹੜੇ ਉਹ ਬਿਲਕੁਲ ਆਰਥਿਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਦਿਵਾਲੀਆ ਹੋ ਗਏ। ਉਹ ਉਹਨਾਂ ਲਈ ਬਹੁਤ ਇਹ ਮਾੜੀ ਗੱਲ ਸੀ। ਬਹੁਤ ਸਾਰੇ ਜਿਹੜੇ ਖਾੜੀ ਦੇ ਮੁਲਕ ਹੈ, ਜਿਹੜੇ ਕਿ ਕਿਸੇ ਟਾਈਮ ਬਹੁਤ ਖੁਸ਼ਹਾਲ ਮੁਲਕ ਮੰਨੇ ਜਾਂਦੇ ਸੀ, ਇਹ ਸਾਡੇ ਨਾਲ ਹੀ ਸੂਬਾ ਸਾਡੇ ਪਾਕਿਸਤਾਨ ਹੈ, ਅਫਗਾਨਿਸਤਾਨ ਹੈ, ਇਹਨਾਂ ਦੀ ਵੀ ਉਦਾਹਰਨ ਹੈ। ਤੇ ਉਹ ਜਿਹੜੇ ਕਿ ਵਧੀਆ ਹੱਸਦੇ ਵਸਦੇ ਦੇਸ਼ ਹੁੰਦੇ ਸੀ ਕਿਸੇ ਟਾਈਮ, ਜਿਹੜਾ ਅਫਗਾਨਿਸਤਾਨ ਹੈ, ਉਹਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਸੀ ਕਿ ਜੋ ਸੁਖ ਛੱਜੂ ਨਾ ਛਬਾਰੇ, ਉਹ ਜੋ ਸੁਖ ਛੱਜੂ ਦੇ ਛਬਾਰੇ ਨਾ ਬਲਖ ਨਾ ਬੁਖਾਰੇ। ਉਹ ਬਲਖ ਬੁਖਾਰੇ ਜਿਹੜੇ ਅਫਗਾਨਿਸਤਾਨ ਦੇ ਸ਼ਹਿਰ ਸੀਗੇ, ਤੇ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਸੀ। ਤੇ ਜਦੋਂ ਕੱਟੜਵਾਦੀ ਸਰਕਾਰਾਂ ਆਈਆਂ ਤੇ ਉਹ ਦੇਸ਼ ਆ ਜਿਹੜੇ ਉਹ ਬਿਲਕੁਲ ਬਰਬਾਦ ਹੋ ਗਏ। ਇਸੇ ਤਰ੍ਹਾਂ ਖਾੜੀ ਦੇ ਹੋਰ ਬਹੁਤ ਮੁਲਕਾਂ, ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ। ਤੇ ਇਹ ਜਿਹੜਾ ਸਾਡਾ ਦੇਸ਼ ਹੈ ਅੱਜ ਕੱਟੜਵਾਦ ਵੱਲ ਨੂੰ ਵੱਧ ਰਿਹਾ ਹੈ, ਤੇ ਬਿਲਕੁਲ ਅਸੀਂ ਬਰਬਾਦੀ ਵੱਲ ਨੂੰ ਜਾ ਰਹੇ ਹਾਂ। ਤੇ ਸਾਡਾ ਖਾਸ ਕਰਕੇ ਲੋਕਤੰਤਰ ਹੈ, ਇਹ ਖਾਤਮੇ ਵੱਲ ਨੂੰ ਜਾ ਰਿਹਾ ਹੈ। ਕਿਉਂਕਿ ਪ੍ਰਧਾਨ ਮੰਤਰੀ ਹਾਊਸ ਦੇ ਜਿਹੜੇ ਬੁਲਾਰੇ ਆ, ਇਹਨਾਂ ਦੇ ਮੀਡੀਆ ਇੰਚਾਰਜ ਆ, ਉਹ ਬਿਆਨ ਦੇ ਚੁੱਕੇ ਮੀਡੀਆ ਦੇ ਵਿੱਚ ਕਿ ਹਿੰਦੁਸਤਾਨ ਦੇ ਵਿੱਚ ਰਾਸ਼ਟਰਪਤੀ ਰਾਜ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਕਿ ਅਮਰੀਕਾ ਦੇ ਵਿੱਚ ਹੈ ਕਿ ਸਿੱਧਾ ਇਲੈਕਸ਼ਨਾਂ ਦੇ ਰਾਹੀਂ ਰਾਸ਼ਟਰਪਤੀ ਚੁਣਿਆ ਜਾਵੇ, ਤੇ ਫਿਰ ਉਹਦੇ ਵਿੱਚ ਜਿਹੜੇ ਉਹ ਆਪਣੇ ਮੰਤਰੀ ਬਣਾਵੇ, ਅਲੱਗ-ਅਲੱਗ ਵਿਭਾਗਾਂ ਦੀ ਵੰਡ ਕਰੇ। ਹੁਣ ਕਿਉਂਕਿ ਸਾਡਾ ਜਿਹੜਾ ਡੈਮੋਕ੍ਰੈਟਿਕ ਦੇਸ਼ ਹੈ, ਇੱਥੇ ਅਲੱਗ-ਅਲੱਗ ਏਰੀਆ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਚੁਣ ਕੇ ਆਉਂਦੇ ਆ, ਤੇ ਉਹ ਮੈਂਬਰ ਪਾਰਲੀਮੈਂਟ ਪ੍ਰਧਾਨ ਮੰਤਰੀ ਨੂੰ ਚੁਣਦੇ ਆ। ਫਿਰ ਉਹ ਮੈਂਬਰ ਪਾਰਲੀਮੈਂਟ ਪ੍ਰਧਾਨ ਮੰਤਰੀ ਨੂੰ ਕਹਿ ਕੇ ਆਪਣੇ ਇਲਾਕੇ ਦੀ ਤਰੱਕੀ ਦੀ ਗੱਲ ਕਰਦੇ ਆ। ਪਰ ਜੇ ਸਿੱਧੀ ਗੱਲ ਹੋਊਗੀ, ਡਿਕਟੇਟਰਸ਼ਿਪ ਰਾਜ ਹੋਊਗਾ, ਤੇ ਫਿਰ ਥੱਲੇ ਵਾਲੀ ਗੱਲ ਕਿਸੇ ਨੇ ਨਹੀਂ ਸੁਣਨੀ। ਔਰ ਇਹਦੇ ਤੋਂ ਇਲਾਵਾ ਜਿਹੜੀ ਸਾਡੀ ਸ਼ਾਨ ਸੀਗੀ, ਜਿਹੜਾ ਅਲੱਗ-ਅਲੱਗ ਸਾਡੇ ਇੱਥੇ ਧਰਮ ਹੈ, ਜਾਤੀਆਂ, ਅਲੱਗ-ਅਲੱਗ ਜ਼ੁਬਾਨਾਂ ਸਾਡੀਆਂ, ਅਲੱਗ-ਅਲੱਗ ਭਾਸ਼ਾਵਾਂ ਹੈ, ਉਹਨਾਂ ਸਾਰਿਆਂ ਦੀ ਜਿਹੜੀ ਸਲਾਮਤੀ ਹੈ,
ਮਹਿਫੂਜ਼ ਰੱਖਣ ਦਾ ਜਿਹੜਾ ਇੱਕੋ ਇੱਕ ਤਰੀਕਾ ਹੈ ਲੋਕਤੰਤਰ ਨੂੰ ਬਚਾਉਣਾ। ਤੇ ਪਰ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਅੱਜ ਜਿਹੜਾ ਲੋਕਤੰਤਰ ਹੈ ਉਹ ਦਮ ਘੁੱਟ ਰਿਹਾ, ਕਿਉਂਕਿ ਜਿਹੜਾ ਇਹਨਾਂ ਨੇ ਕਾਨੂੰਨ ਬਣਾਏ ਹੈ, ਚਾਹੇ ਉਹ ਸਿਟੀਜ਼ਨ ਅਮੈਂਡਮੈਂਟ ਐਕਟ ਸੀ, ਚਾਹੇ ਉਹ ਜਿਹਦੀ ਹੁਣ ਗੱਲ ਕਰ ਰਿਹਾ ਯੂਨੀਫਾਰਮ ਸਿਵਲ ਕੋਡ, ਔਰ ਉਹਦੇ ਤੋਂ ਇਲਾਵਾ NCR, ਇਹ ਸਾਰੇ ਧਰਮ ਦੇ ਆਧਾਰ ਤੇ ਕਾਨੂੰਨ ਹੈ, ਜਿਹੜੀ ਧਾਰਮਿਕ ਆਜ਼ਾਦੀ ਖਤਮ ਕਰਨ ਵਾਲੇ ਕਾਨੂੰਨ ਹੈ। ਤੇ ਜਿਹੜੀ ਸਾਡੀ ਸੰਵਿਧਾਨ ਦੀ ਪ੍ਰੈਂਬਲ ਹੈ, ਪ੍ਰਸਤਾਵਨਾ ਹੈ, ਉਹਦੇ ਵਿੱਚ ਇਹ ਲਿਖਿਆ ਗਿਆ ਕਿ ਸਾਰੇ ਨਾਗਰਿਕ ਬਰਾਬਰ ਹੈ, ਸਾਰਿਆਂ ਨੂੰ ਆਪਣੇ ਆਪਣੇ ਧਰਮ ਨੂੰ ਮੰਨਣ ਦੀ ਆਜ਼ਾਦੀ ਹੈ। ਤੇ ਜਦੋਂ ਧਰਮ ਦੇ ਆਧਾਰ ਤੇ ਅਸੀਂ ਕਾਨੂੰਨ ਬਣਾਤੇ ਤੇ ਸਾਡੀ ਧਰਮ ਨਿਰਪੱਖਤਾ ਤਾਂ ਬਿਲਕੁਲ ਖਤਮ ਹੋ ਗਈ। ਇਸ ਕਰਕੇ ਸਾਡੇ ਸੰਵਿਧਾਨ ਨੂੰ ਇਹ ਖਤਮ ਕਰਨ ਵਾਲੇ ਪਾਸੇ ਭਾਰਤੀ ਜਨਤਾ ਪਾਰਟੀ ਲੈ ਕੇ ਜਾ ਰਹੀ ਹੈ ਤੇ ਬਹੁਤ ਸਾਰੇ ਸਟੈਪ ਇਹ ਉਸ ਤੋਂ ਲਿਜਾ ਚੁੱਕਿਆ। ਇਸੇ ਤਰ੍ਹਾਂ ਸਾਡਾ ਜਿਹੜਾ ਦੇਸ਼ ਚੱਲਦਾ ਰਾਸ਼ਟਰਪਤੀ ਦੇ ਨਾਂ ਤੇ ਰਾਸ਼ਟਰਪਤੀ ਦੇ 3 ਸੈਨਾਵਾਂ ਦੇ ਮੁਖੀ ਸਾਡੇ ਪਹਿਲਾਂ ਰਾਸ਼ਟਰਪਤੀ ਹੁੰਦੇ ਸੀ, ਤੇ ਇਹਨਾਂ ਨੇ ਇੱਕ ਚੀਫ ਆਫ ਡਿਫੈਂਸ ਸਟਾਫ ਬਣਾ ਕੇ ਉਹ ਤਿੰਨੋਂ ਜਿਹੜੀਆਂ ਸੈਨਾਵਾਂ ਸੀ ਉਹਨਾਂ ਦੇ ਮੁਖੀ ਦੇ ਅਹੁਦੇ ਤੋਂ ਰਾਸ਼ਟਰਪਤੀ ਨੂੰ ਫਾਰਗ ਕਰਤਾ। ਇਸੇ ਤਰ੍ਹਾਂ ਸਾਡੇ ਜਿਹੜੀ ਦੇਸ਼ ਦੀ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਬਣੀ ਹੈ, ਉਹਦੇ ਉਦਘਾਟਨ ਵਾਲੇ ਦਿਨ ਰਾਸ਼ਟਰਪਤੀ ਨੂੰ ਬੁਲਾਇਆ ਨਹੀਂ ਗਿਆ। ਸਾਡੇ ਰਾਸ਼ਟਰ ਦਾ ਮੁਖੀਆ ਹੋਵੇ ਤੇ ਜਿਹੜੀ ਉਹ ਪਾਰਲੀਮੈਂਟ ਹੈ, ਉਹ ਪਾਰਲੀਮੈਂਟ ਰਾਸ਼ਟਰਪਤੀ ਦੇ ਨਾਂ ਤੇ ਚੱਲਦੀ ਹੈ ਜੀ, ਉੱਥੇ ਉਹਦੇ ਜਿਹੜਾ ਉਹਦਾ ਉਦਘਾਟਨ ਹੋਵੇ, ਉੱਥੇ ਰਾਸ਼ਟਰਪਤੀ ਨੂੰ ਬੁਲਾਇਆ ਨਾ ਜਾਵੇ। ਏਦੋਂ ਮਾੜੀ ਗੱਲ ਹੋਰ ਕੋਈ ਹੋ ਨਹੀਂ ਸਕਦੀ। ਲੋਕਤੰਤਰ ਨੂੰ ਖਤਮ ਕਰਨ ਦੀ ਉਦਾਹਰਨ ਏਦੋਂ ਵੱਡੀ ਹੋਰ ਕੋਈ ਹੋ ਨਹੀਂ ਸਕਦੀ। ਇਸ ਕਰਕੇ ਜਿਹੜਾ ਮੋਦੀ ਸਾਹਿਬ ਹੈ ਇਹ ਦੇਸ਼ ਨੂੰ ਡਿਕਟੇਟਰਸ਼ਿਪ ਵੱਲ ਨੂੰ ਧੱਕ ਰਿਹਾ ਹੈ। ਤੇ ਇਹ ਜਿਹੜੀਆਂ ਘਟਨਾਵਾਂ ਹੋਈਆਂ, ਹਿੰਸਕ ਘਟਨਾਵਾਂ ਹਰਿਆਣੇ ਦੀਆਂ ਜਾਂ ਮਣੀਪੁਰ ਦੀਆਂ, ਇਹ ਉਹਦਾ ਇੱਕ ਹਿੱਸਾ ਹੈ। ਚਲੋ ਮੈਂ ਇੱਕ ਪਲਾਨ ਹਿੱਸਾ ਹੈ। ਉਹਦੇ ਨਾਲ ਜਿਹੜੀ ਤਿਆਰੀ ਆ ਆਉਣ ਵਾਲੇ ਇਲੈਕਸ਼ਨਾਂ ਦੀ 2024 ਦੀ, ਇਸੇ ਤਰ੍ਹਾਂ ਹਰਿਆਣਾ ਦੀ ਤੇ ਜਿਹੜੀਆਂ ਬਾਕੀ ਸਟੇਟਾਂ ਉੱਥੇ ਜਿਹੜੇ ਇਲੈਕਸ਼ਨ ਹੋਣੇ ਉਹਨਾਂ। ਸਰੀਨ ਸਾਹਿਬ, ਸਿੱਧਾ ਇਲਜ਼ਾਮ ਹੈ ਤੁਹਾਡੀ ਪਾਰਟੀ ਦੇ, ਤੁਹਾਡੀ ਸਰਕਾਰ ਦੇ ਲਈ, ਆਪਣੇ ਹਿੱਤਾਂ ਦੀ ਪੂਰਤੀ ਦੇ ਲਈ, ਆਪਣੀ ਸਿਆਸੀ ਪੂਰਤੀ ਦੇ ਲਈ ਮੁਲਕ ਨੂੰ, ਲੋਕਾਂ ਨੂੰ ਸਮਾਜ ਧਰਮ ਦੇ ਆਧਾਰ ਦੇ ਉੱਤੇ ਵੰਡ ਕਰਕੇ ਉਹਨਾਂ ਨੂੰ ਅੱਗ ਦੀ ਭੱਠੀ 'ਚ ਝੋਕਿਆ ਜਾ ਰਿਹਾ ਹੈ। देखो, मैं समझदा कि ये दोहें पार्टियां साडे ते इल्जाम ला रही हैं और इन्हां दोहां पार्टियां दे राज दे विच किन्ने दंगे किदां दे होए और टारगेटिंग किलिंग्स किदां होईयां। हुण इस तरह है कि साडी पार्टी दे खिलाफ ठीक है ये दंगा होया है और ये मंदभागा, और किन्ने कीता, किदां कीता, प्लैंड वे ना कीता या की कीता, ये तो है ही है, पर ये होना ही नहीं चाहिदा सीगा। किते किथे कमी रही, किदां दी कमी रही और क्यों रही, ਉਹਦੇ ਲਈ ਸਿੱਟ ਬਣੀ ਹੈ ਔਰ ਜਿਹੜੇ ਵੀ ਦੋਸ਼ੀ ਆ ਉਹ ਫੜੇ ਜਾਣਗੇ। ਪਰ ਇਹ ਸਾਡੇ ਬਾਰੇ ਇਹ ਜਿਹਾ ਕਹਿਣਾ ਕਿ ਇੱਕ ਸਮੇਂ ਤਾਂ ਉਹ ਸੀ ਕਿ ਦੇਸ਼ ਦੇ ਅੰਦਰ ਕਈ ਰਾਜ ਇਦਾਂ ਦੇ ਸੀਗੇ ਜਿਹੜੇ 6-6 ਮਹੀਨੇ ਬੰਦ ਰਹਿੰਦੇ ਸੀ। ਕਈ ਜਗ੍ਹਾ ਇਦਾਂ ਦੀਆਂ ਸੀ ਕਿ ਸ਼ਾਮ ਨੂੰ ਇਹਨਾਂ ਦੇ ਵੇਲੇ, ਇਹ ਕਾਂਗਰਸ ਦੇ ਮੇਰੇ ਮਿੱਤਰ ਬਹੁਤ ਬੋਲ ਰਹੇ ਸੀ, ਇਹਨਾਂ ਦੇ ਵੇਲੇ ਸੂਰਜ ਢਲਦੇ ਲੋਕ ਘਰਾਂ 'ਚ ਜਾਂਦੇ ਰਹੇ ਹੈ। ਸਾਡੇ ਟਾਈਮ 'ਚ ਇਹੋ ਜਿਹੀ ਕੋਈ ਸਥਿਤੀ ਪਹਿਲਾਂ ਵੀ ਨਹੀਂ ਆਣੀ ਚਾਹੀਦੀ ਸੀ, ਗਾਂ ਵੀ ਨਹੀਂ ਆਏਗੀ। ਔਰ ਅਸੀਂ ਇਹੋ ਜਿਹੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਪ੍ਰਕਾਰ ਨਾਲ ਨਾ ਤਾਂ ਕਦੇ ਸ਼ੈਲਟਰ ਕੀਤਾ ਨਾ ਉਹਨਾਂ ਦਾ ਸਹਿਯੋਗ ਕੀਤਾ, ਕਿਉਂਕਿ ਇਹ ਲੋਕ ਤਾਂ ਦੰਗਿਆਂ ਦੇ ਸਿਰ ਦੇ ਉੱਤੇ ਰਾਜਨੀਤੀ ਕਰਦੇ ਰਹੇ ਹੈ ਔਰ ਇਹੋ ਜਿਹੇ ਬਿਆਨ ਦਿੰਦੇ ਰਹੇ ਕਿ ਜਦੋਂ ਵੱਡਾ ਪੇੜ ਗਿਰਦਾ ਜ਼ਮੀਨ ਹਿਲਦੀ ਹੈ ਔਰ ਬੱਸਾਂ ਕਹੇ ਜਿਹੇ ਹਾਲਾਤ ਰਹੇ। ਮੈਂ ਫਿਰ ਉਸ ਤੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹ ਬੀਤਿਆ ਹੋਇਆ ਮਾੜਾ ਕੱਲ ਹੈ। ਇੱਕ ਸਾਡੇ ਪ੍ਰਵਕਤਾ ਮਿੱਤਰ ਨੇ ਕਿਹਾ ਸੀ ਵਾਕਈ ਕਿ ਜਿਸ ਪਿੰਡੇ ਤੇ ਇਸ ਦੰਗੇ ਦਾ ਸੇਕ ਲੱਗਦਾ ਹੈ ਨਾ ਜੀ, ਉਹਨਾਂ ਦੀਆਂ ਪੀੜੀਆਂ ਹੰਡਾਉਂਦੀਆਂ। ਔਰ ਇਹ ਜੀ ਗੱਲਾਂ ਦੇ ਉੱਤੇ ਸਰਕਾਰ ਦਾ ਵਿਰੋਧ ਕਰਨ ਲਈ ਬਹੁਤ ਚੀਜ਼ਾਂ ਹੈ, ਜਦੋਂ ਮਰਜ਼ੀ ਕਰਨ, ਮੁੱਦੇ ਤੇ ਕਰਨ। ਔਰ ਇਹ ਚੀਜ਼ ਦੇ ਉੱਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਰਾਜਨੀਤੀ ਨਾ ਕਦੀ ਭਾਰਤੀ ਜਨਤਾ ਪਾਰਟੀ ਨੇ ਕੀਤੀ ਹੈ ਔਰ ਨਾ ਅਸੀਂ ਕਰਨਾ ਚਾਹੁੰਦੇ ਹਾਂ। ਇੱਕ ਗੱਲ ਸਪਸ਼ਟ ਹੈ, ਸਾਡੀ ਸਰਕਾਰ ਦੇ ਵਿੱਚ ਅਸੀਂ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੰਦੇ, ਚਾਹੇ ਉਹ ਕਿਸੇ ਜਾਤੀ ਪੰਥ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ। ਪਰ ਇਹ ਜਿੱਦਾਂ ਸਪੈਸੀਫਿਕਲੀ ਟਾਰਗੇਟਿੰਗ ਕਰਨੀ, ਉਹ ਜਿਹੜੀ ਹੈ ਕਿਸੇ ਵੀ ਸਮਾਜ ਦੇ ਲਈ, ਕਿਸੇ ਵੀ ਰਾਜ ਦੇ ਲਈ, ਕਿਸੇ ਵੀ ਸਰਕਾਰ ਲਈ ਉਹ ਵਾਜਬ ਨਹੀਂ ਹੁੰਦੀ। ਔਰ ਸਰਕਾਰ ਜਿਹੜੀ ਹੈ ਉਹਦੇ ਲਈ ਉਚਿਤ ਕਦਮ ਚੱਕ ਰਹੀ ਹੈ ਔਰ ਚੱਕੇਗੀ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਣਾ ਕਿ ਇਹਦੇ ਜਿਹੜੇ ਜਦੋਂ ਪਰਦਾਫਾਸ਼ ਹੋਣਾ ਹੈ, ਕਿੱਦਾਂ ਦੇ ਕਿਸ ਸਤਰ ਦੇ ਜਿਹੜੇ ਨੇਤਾ ਹੈ ਜਿਨ੍ਹਾਂ ਨੇ ਪਲੈਨਡ ਵੇ ਨਾਲ ਸਭ ਕੁਝ ਕੀਤਾ ਕਰਾਇਆ। ਕਿਸੇ ਦੇਖੋ ਪਲੈਨਡ ਨਹੀਂ ਸੀ ਤਾਂ ਕਿੱਦਾਂ ਨਹੀਂ ਸੀ, ਮੰਦਰ ਤੇ ਜਾ ਕੇ ਹਮਲਾ, ਗੋਲੀ ਚਲਾ ਦੇਣੀ ਉੱਪਰੋਂ, ਲੜਾਈ ਹੋ ਗਈ। ਮੈਂ ਕਹਿੰਦਾ ਇੱਕ ਬੰਦੇ ਦੀ ਬੰਦੇ ਨਾਲ ਲੜਾਈ ਹੋਈ ਸੀ ਨਾ, ਸਮਾਜ ਦੀ ਸਮਾਜ ਨਾਲ ਲੜਾਈ ਕਰਾਉਣ ਵਾਲੀ ਜਿਹੜੀ ਸੋਚ ਹੈ ਉਹ ਤੋੜਨ ਦਾ ਜਿਹੜਾ ਕੰਮ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੱਗੀ ਹੋਈ ਹੈ। ਔਰ ਸਮੇਂ-ਸਮੇਂ ਤੇ ਅਸੀਂ
सबका साथ, सबका विकास, सबका विश्वास। ਸਾਨੂੰ ਤਾਂ ਤਾਂ ਕਹਿਣਾ ਸੀ ਕੋਈ ਯੋਜਨਾ ਸਪੈਸੀਫਿਕਲੀ ਇੱਕ ਉਹਨਾਂ ਲਈ ਚਲਾਈ ਹੋਵੇ। ਹੁਣ CAA ਦੀ ਗੱਲ ਕੀਤੀ ਇਹਨਾਂ ਨੇ। ਨਵਦੀਪ ਜੀ, ਤੁਸੀਂ ਲੋਕਡਾਊਨ ਤੋਂ ਬਾਅਦ ਤੁਸੀਂ ਹਾਲਾਤ ਦੇਖਦੇ ਹੋਣੇ ਜਿਹੜੇ ਸਾਡੇ ਨਾਲ ਸਰਾਊਂਡਿੰਗ ਜਿਹੜੇ ਮੁਸਲਿਮ ਦੇਸ਼ ਹੈ, ਅਫਗਾਨਿਸਤਾਨ, ਪਾਕਿਸਤਾਨ, ਜਿਹੜੇ ਬੰਗਲਾਦੇਸ਼, ਵਾਟਐਵਰ ਜਿਹੜੇ ਵੀ ਇਹਦੇ ਨਾਲ ਦੇ ਸਾਡੇ ਸੂਬੇ ਹੈ, ਦੇਸ਼ ਹੈ, ਉਹਨਾਂ ਦੇ ਦੇਸ਼ ਦੇ ਸੂਬਿਆਂ ਦੇ ਵਿੱਚ ਕਿਤੇ ਗੈਰ ਮੁਸਲਿਮ ਲੋਕਾਂ ਨੂੰ, ਚਾਹੇ ਕੋਈ ਜੈਨੀ, ਹਿੰਦੂ, ਬੋਧੀ, ਪਾਰਸੀ, ਸਿੱਖ ਸਮਾਜ ਦੇ ਲੋਕਾਂ ਨੂੰ ਪ੍ਰਤਾੜਿਤ ਕੀਤਾ ਜਾਂਦਾ ਸੀ। ਉਹਨਾਂ ਵਾਸਤੇ ਬਣਾਇਆ ਹੈ। ਤੁਸੀਂ ਦੇਖੋ ਕਿੱਦਾਂ ਬੇਅਦਬੀਆਂ ਕਰਦੇ ਆ, ਕਿੱਦਾਂ ਸਾਡੇ ਮਾਨਸਿਕ ਤੌਰ ਤੇ, ਸਾਡੇ ਪਰਿਵਾਰਾਂ ਤੇ, ਸਰੀਰਕ ਤੌਰ ਤੇ ਸਾਡੀਆਂ ਬੇਟੀਆਂ ਨਾਲ ਧੱਕੇਸ਼ਾਹੀ ਹੁੰਦੀ ਹੈ। ਔਰ ਉਸ ਕਾਨੂੰਨ ਦਾ ਲਾਭ ਆਪਣੇ ਉਹਨਾਂ ਲੋਕਾਂ ਨੂੰ ਹੀ ਮਿਲ ਰਿਹਾ। ਜੇ ਪਾਕਿਸਤਾਨ ਤੋਂ ਕੋਈ ਸਿੱਖ ਸਮਾਜ ਦਾ ਬੰਦਾ ਪ੍ਰਤਾੜਿਤ ਹੋ ਕੇ ਆਂਦਾ ਹੈ, ਜੇ ਉਹਨੂੰ ਛੇਤੀ ਨਾਗਰਿਕਤਾ ਹਿੰਦੁਸਤਾਨ 'ਚ ਮਿਲਦੀ ਹੈ, ਤੇ ਕਿਆ ਇਹ ਕਾਂਗਰਸ ਪਾਰਟੀ ਉਸ ਦਾ ਵਿਰੋਧ ਕਰਦੀ ਹੈ? ਜੇ ਪਾਕਿਸਤਾਨ ਤੋਂ, ਅਫਗਾਨਿਸਤਾਨ ਤੋਂ ਕੋਈ ਹਿੰਦੂ ਭਰਾ ਤੰਗ ਪਰੇਸ਼ਾਨ ਹੋ ਕੇ ਧਰਮ ਦੇ ਆਧਾਰ ਤੇ ਧਰਮ ਪਰਿਵਰਤਨ ਨਹੀਂ ਕਰਦਾ ਜਾਂ ਉਹਨਾਂ ਦੀ ਜਲਾਲਤ ਨਹੀਂ ਸਹਿੰਦਾ, ਉਹ ਹਿੰਦੁਸਤਾਨ ਚਾਹੁੰਦਾ ਹੈ, ਜੇ ਉਹਨੂੰ 11 ਸਾਲ ਦੀ ਬਜਾਏ 5 ਸਾਲ 'ਚ ਹਿੰਦੁਸਤਾਨ ਦੀ ਨਾਗਰਿਕਤਾ ਮਿਲਦੀ ਹੈ, ਕਾਂਗਰਸ ਉਸ ਦਾ ਵਿਰੋਧ ਕਰਦੀ ਹੈ। स्पष्ट करन। चलो, मैं तो इस मौके ते इस गल का जिक्र करके आखिरी गल करनी चाहूँगा कि नफरत दे विचों हमेशा हिंसा निकली है, हिंसा दे विचों हमेशा पतन होया है, विकास कदे नहीं होया, विनाश होया। सो इस विनाश नूं जेकर समय दियां सरकारां समा रहिंदियां सांभ लैण, बचा लैण ਤੇ ਲੋਕ ਹੱਸਦੇ ਵਸਦੇ ਰਹਿਣ, ਉਹ ਤੁਹਾਨੂੰ ਮੁੜ ਵੀ ਚੁਣ ਲੈਂਦੇ ਆ, ਨਹੀਂ ਫਿਰ ਉਹ ਕੋਈ ਆਪਣਾ ਨਵਾਂ ਰਾਹ ਚੁਣ ਲੈਂਦੇ ਆ। ਤੁਸੀਂ ਇਸ ਚਰਚਾ ਦੇ ਵਿੱਚ ਆਏ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।